माइंड एंड बॉडी प्रोग्राम देखते सारे ही दर्शकों ਨੂੰ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤਕਰੀਬਨ ਹਰ ਹਫਤੇ ਮੈਂ YouTube ਦੇ ਉੱਪਰ ਰੂਹਾਨੀਅਤ ਦੇ ਉੱਤੇ, ਸਪਿਰਚੁਅਲਿਟੀ ਦੇ ਉੱਪਰ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਗੱਲਬਾਤ ਕਰਦਾ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਉਹ ਸਵਾਮੀ ਵਿਵੇਕਾਨੰਦ, ਜਿਹੜੇ ਕਿ ਹਿੰਦੁਸਤਾਨ ਦੇ ਵਿੱਚ 39 ਸਾਲ 39 ਈਅਰ ਸਿਰਫ ਇਸ ਦੁਨੀਆ ਵਿੱਚ ਰਹਿ ਕੇ ਉਹਨਾਂ ਨੇ ਜੋ ਵੀ ਨਾਮਨਾ ਖੱਟਿਆ, ਜੋ ਵੀ ਉਹਨਾਂ ਦੀਆਂ ਟੀਚਿੰਗਸ ਨੇ ਦੁਨੀਆ ਭਰ ਦੇ ਵਿੱਚ ਫੈਲੀਆਂ ਹੋਈਆਂ, ਉਹਨਾਂ ਦੇ ਬਾਰੇ ਅੱਜ ਮੈਂ ਡਿਸਕਸ ਕਰਾਂਗਾ। ਉਹਨਾਂ ਦਾ ਜਿਹੜਾ ਲਿਟਰੇਚਰ ਹੈ, ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹਨ, ਉਹਨਾਂ ਦੀਆਂ ਜਿਹੜੀਆਂ ਘਟਨਾਵਾਂ ਹਨ, ਉਹਨਾਂ ਨੂੰ 1 ਘੰਟੇ ਜਾਂ 2 ਘੰਟੇ ਦੇ ਵਿੱਚ ਤਾਂ ਬੰਦ ਨਹੀਂ ਕੀਤਾ ਜਾ ਸਕਦਾ। ਪਰ ਹਾਂ, ਕੁਛ ਨਾ ਕੁਛ ਟੌਪਿਕ ਜਿਹੜੇ ਵੀ ਮੇਰੇ ਜੀਹਨ ਦੇ ਵਿੱਚ, ਦਿਮਾਗ ਦੇ ਵਿੱਚ ਇਸ ਵੇਲੇ ਯਾਦ ਰਹੇ ਤੇ ਟਾਈਮ ਦੀ ਪਾਬੰਦੀ ਹੁੰਦੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਉਮੀਦ ਹੈ ਕਿ ਤੁਸੀਂ, ਜੇ ਕੋਈ ਲਾਈਵ ਸ਼ੋਅ ਦੇ ਵਿੱਚ ਚੱਲਦੇ ਕੋਈ ਸਲਿਪ ਆਫ ਟੰਗ ਹੋ ਜਾਏ ਜਾਂ ਗਲਤੀ ਹੋਵੇ, ਸੋ ਆਈ ਫੀਲ ਸੌਰੀ ਇਨ ਐਡਵਾਂਸ। ਤੇ ਨਾਲ ਹੀ ਤੁਹਾਨੂੰ ਇੱਕ ਬੇਨਤੀ ਹੈ ਕਿ ਜੇ ਤੁਸੀਂ ਮੇਰੇ ਇਸ ਚੈਨਲ ਨੂੰ ਲਾਈਕ ਕਰਦੇ ਹੋ, ਚਾਹੇ ਉਹ ਫੇਸਬੁੱਕ ਤੇ ਹੈ, ਚਾਹੇ ਉਹ YouTube ਤੇ ਹੈ, ਤਾਂ ਤੁਸੀਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਦਿਓ, ਉਹਨੂੰ ਸ਼ੇਅਰ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚ ਸਕੇ। ਮੈਨੂੰ ਤਾਂ ਹੁਣ ਕੀ ਪਹੁੰਚਣਾ, ਬੋਨਸ ਦੇ ਦਿਨ ਨੇ, ਪਰ ਲੋਕਾਂ ਨੂੰ ਪਹੁੰਚ ਜੇ, ਕਿਉਂਕਿ ਮੈਂ ਬੜੇ ਸਿੰਪਲ ਤਰੀਕੇ ਨਾਲ, ਚਾਹੇ ਉਹ ਰੂਹਾਨੀਅਤ ਦਾ ਕੋਈ ਵੀ ਹੈ, ਕੋਈ ਔਖੀ ਗੱਲ ਨਹੀਂ, ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਿਉਂਕਿ 30-35 ਸਾਲ ਮੈਂ ਖੁਦ ਪੜ੍ਹਿਆ, MA ਕੀਤੀ, ਮਾਸਟਰਸ ਇਨ ਫਿਲਾਸਫੀ ਕੀਤੀ, ਫਿਰ ਮਾਸਟਰ ਇਨ ਲਿਟਰੇਚਰਸ ਕੀਤੀ, ਫਿਰ PhD ਕੀਤੀ, ਫਿਰ ਬੁੱਕਸ ਵੀ ਲਿਖੀਆਂ, ਫਿਰ ਕੁਝ ਜਾਤੀ ਤਜਰਬਾ ਵੀ ਬਿਨਾਂ ਬੁੱਕਸ ਤਾਂ ਪੜ੍ਹੀਆਂ, ਫਿਰ ਕੁਝ ਆਪਣਾ ਵੀ ਪਰਸਨਲ ਐਕਸਪੀਰੀਅੰਸ ਹੋਇਆ। ਉਸ ਦੇ ਆਧਾਰ ਦੇ ਉੱਤੇ ਹੀ ਮੈਂ ਸਿੰਪਲ ਤਰੀਕੇ ਨਾਲ ਚਾਹੁੰਦਾ, ਜਿਵੇਂ ਮੈਨੂੰ ਫਾਇਦਾ ਹੋਇਆ, ਜੇ ਕੋਈ ਮੇਰਾ ਭੈਣ ਭਾਈ ਉਸ ਤੋਂ ਫਾਇਦਾ ਲੈ ਸਕੇ ਤਾਂ ਵਧੀਆ ਗੱਲ ਹੈ। ਨਹੀਂ ਤਾਂ ਅਸੀਂ ਕਹਿੰਦੇ ਹਾਂ ਕਿ ਮੈਨੂੰ ਇਹ ਸਾਡੀ ਇੱਕ ਬਿਮਾਰੀ ਹੈ, ਸਾਨੂੰ ਇੱਕ ਬੜੀ ਗਲਤ ਫਹਿਮੀ ਹੈ ਕਿ ਜਿਸ ਤਰ੍ਹਾਂ ਧਰਮਾਂ ਦੇ ਬਾਰੇ ਕੋਈ ਵੀ ਗੱਲ ਹੈ, ਜੇ ਕੋਈ ਹਿੰਦੂ ਆ ਉਹ ਕਹਿੰਦਾ ਮੈਨੂੰ ਸਾਰਾ ਕੁਝ ਹਿੰਦੂ ਬਾਰੇ ਪਤਾ ਹੈ, ਸਿੱਖ ਹੋਇਆ ਜੋ ਕਹਿੰਦਾ ਮੈਨੂੰ ਸਾਰੇ ਸਿੱਖ ਦੇ ਬਾਰੇ ਪਤਾ ਹੈ। ਜਦੋਂ ਕਿ ਅਸੀਂ ਕੁਝ ਗੱਲਾਂ ਸਿੱਖਦੇ ਹਾਂ, ਉਹ ਉਸੇ ਨੂੰ ਵੀ ਅਸੀਂ ਸਾਰੀ ਨੌਲੇਜ ਸਮਝਦੇ ਹਾਂ। ਜਿਵੇਂ ਕੱਛੂ ਹੁੰਦਾ, ਉਹ ਡੋਬੇ ਖੂਹ ਦੇ ਵਿੱਚ ਚੱਕਰ ਮਾਰਦਾ, ਉਹ ਕਹਿੰਦਾ ਮੈਂ ਸਮੁੰਦਰ 'ਚ ਹੀ ਹਾਂ, ਜਦੋਂ ਕੋਈ ਨੇ ਸਮੁੰਦਰ ਦੇਖਿਆ ਹੀ ਨਹੀਂ। ਸੋ ਇਸ ਕਰਕੇ ਮੈਂ ਕੋਸ਼ਿਸ਼ ਕਰਦਾ, ਇਹੀ ਮੇਰਾ ਮੋਟਿਵ ਹੈ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਸਵਾਮੀ ਵਿਵੇਕਾਨੰਦ ਦੇ ਉੱਪਰ ਹੈ। ਸੋ ਵਿਵੇਕਾਨੰਦ ਦੀ ਜੀਵਨੀ ਦੇ ਬਾਰੇ ਥੋੜੀ ਜਿਹੀ ਮੈਂ ਦੱਸਦੇ ਹਾਂ ਕਿ ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਹੀ ਕਿਹਾ ਕਿ ਵਿਵੇਕਾਨੰਦ ਟੋਟਲ 39 ਈਅਰ ਇਸ ਦੁਨੀਆ ਦੇ ਵਿੱਚ ਰਹੇ। ਉਹਨਾਂ ਦਾ ਜਨਮ 12 ਜਨਵਰੀ 1863 1863 ਸਵੇਰੇ 6:33 ਜਦੋਂ ਕਿ ਲੋਹੜੀ ਹੁੰਦੀ ਹੈ ਜਾਂ ਮਕਰ ਸੰਕ੍ਰਾਂਤੀ ਹੁੰਦੀ ਹੈ, ਉਸ ਦਿਨ ਪੈਦਾ ਹੋਏ ਸੀ ਉਹ। ਅੱਜ ਸਾਡੇ ਦੇਸ਼ ਦੇ ਵਿੱਚ 12 ਜਨਵਰੀ ਨੂੰ ਦਿਨ ਮਨਾਇਆ ਜਾਂਦਾ ਹੈ, ਜਿਹੜਾ ਹੈਗਾ ਵਿਵੇਕਾਨੰਦ ਜਯੰਤੀ ਦੇ ਤੌਰ ਤੇ ਮਨਾਇਆ ਜਾਂਦਾ ਯੂਥ ਦੇ ਲਈ, ਕਿ ਤਾਂ ਕਿ ਯੂਥ ਦੇ ਬਾਰੇ ਉਹਨਾਂ ਨੇ ਬਹੁਤ ਕੁਝ ਗੱਲਾਂ ਕੀਤੀਆਂ ਸੀ, ਯੂਥ ਨੂੰ ਬਹੁਤ ਖੁੱਲੇ ਤਰੀਕੇ ਨਾਲ ਗਾਈਡ ਕੀਤਾ ਸੀਗਾ। ਕਹਿੰਦੇ ਨੇ ਕਿ ਜਦੋਂ ਉਹ ਛੋਟੇ ਜਿਹੇ ਸੀਗੇ, 3 ਸਾਲ ਦੇ ਵੀ ਸੀ, ਉਦੋਂ ਤੋਂ ਹੀ ਉਹਨਾਂ ਨੂੰ ਮੈਡੀਟੇਸ਼ਨ ਕਰਨ ਦੀ ਆਦਤ ਸੀ। ਜਮਾਂਦਰੂ ਸੀ, ਕੁਦਰਤੀ ਸੀ, ਪਿਛੋਕੜ ਸੀ, ਪਾਸਟ ਲਾਈਫ ਸੀ। ਮਾਤਾ ਜਿਹੜੇ ਸੀ ਉਹਨਾਂ ਦੇ ਭੁਵਨੇਸ਼ਵਰੀ ਦੇਵੀ ਸ਼ਿਵ ਜੀ ਦੇ ਬਹੁਤ ਵੱਡੇ ਭਗਤ ਸੀਗੇ, ਹਰ ਵਕਤ ਉਹਨਾਂ ਦੀ ਆਰਾਧਨਾ ਕਰਦੇ ਰਹਿੰਦੇ ਸੀਗੇ। ਕਹਿੰਦੇ ਇੱਕ ਵਾਰ ਉਹਨਾਂ ਨੂੰ ਸੁਪਨਾ ਆਇਆ, ਸ਼ਿਵ ਜੀ ਪ੍ਰਗਟ ਹੋਏ ਤੇ ਉਹਨਾਂ ਨੇ ਕਿਹਾ ਕਿ ਮੈਂ ਤੇਰੀ ਗੋਦ ਦੇ ਵਿੱਚ ਆਪਣਾ ਅਵਤਾਰ ਲੈ ਰਹੇ ਹਾਂ। ਸੋ ਮਾਂ ਨੂੰ ਪਤਾ ਸੀ, ਮਾਂ ਨੂੰ ਤਾਂ ਕਿੰਨੀ ਖੁਸ਼ੀ ਚੜੀ ਹੋਈ ਸੀਗੀ। ਸੋ ਜਿਹੜੇ ਉਹਨਾਂ ਦੇ ਫਾਦਰ ਸੀਗੇ, ਉਹ ਫਾਦਰ ਜਿਹੜੇ ਸੀਗੇ ਕੈਲਕਟਾ ਦੇ ਵਿੱਚ, ਕਿਉਂਕਿ ਕੈਲਕਟਾ ਕਲਕੱਤੇ ਵਿੱਚ ਜਨਮ ਹੋਇਆ ਸੀ, ਕੈਲਕਟਾ ਦੇ ਵਿੱਚ ਸਰਕਾਰੀ ਵਕੀਲ ਸੀਗੇ, ਅਟਾਰਨੀ ਸੀ ਜਾਂ ਬਹੁਤ ਤਕੜੇ ਵਕੀਲ ਸੀਗੇ। ਉਹਨਾਂ ਦਾ ਨਾਮ ਸੀ ਵਿਸ਼ਵਨਾਥ ਦੱਤਾ। ਜਿਹੜੇ ਸਵਾਮੀ ਵਿਵੇਕਾਨੰਦ ਨੇ ਨਾ, ਉਹਨਾਂ ਦਾ ਜਿਹੜਾ ਜਮਾਂਦਰੂ ਨਾਂ ਸੀਗਾ ਉਹ ਸੀ ਨਰਿੰਦਰ ਕੁਮਾਰ ਦੱਤ। ਵੈਸੇ ਉਹਨੂੰ ਪਿਆਰ ਨਾਲ ਨਰੇਨ ਕਹਿੰਦੇ ਸੀਗੇ। ਵਿਵੇਕਾਨੰਦ ਨਾਂ ਕਿਉਂ ਪਿਆ, ਇਹਦੇ ਬਾਰੇ ਮੈਂ ਚਲੋ ਹੁਣੀ ਦੱਸ ਦੇਣਾ। ਇਹ ਜਦੋਂ ਇਹਨਾਂ ਦੇ ਗੁਰੂ ਜਿਹੜੇ ਸੀਗੇ ਰਾਮ ਕ੍ਰਿਸ਼ਨ ਪਰਮਹੰਸ, ਜਦੋਂ ਉਹ ਸਦਗਤੀ ਨੂੰ ਪਹੁੰਚ ਗਏ, ਜਦੋਂ ਉਹ ਚੋਲੇ ਨੂੰ ਛੱਡਤਾ, ਤੇ ਉਸ ਤੋਂ ਬਾਅਦ ਇਹ ਪ੍ਰਚਾਰ ਕਰਨ ਦੇ ਲਈ ਹਿੰਦੁਸਤਾਨ ਦੇ ਵੱਖ-ਵੱਖ ਥਾਵਾਂ ਤੇ ਗਏ। ਇਹ ਵਾਰਾਣਸੀ ਵੀ ਗਏ, ਅਯੋਧਿਆ ਵੀ ਗਏ। ਜਾਂਦੇ ਪੈਦਲ ਸੀਗੇ, ਇੱਕੋ ਹੀ ਚੋਲਾ ਪਾਇਆ ਹੁੰਦਾ ਸੀ ਉਹਨਾਂ ਦਾ, ਗੇਰੂ ਰੰਗ ਦਾ, ਉੱਪਰ ਪੱਗ ਬੰਨੀ ਹੁੰਦੀ ਸੀ, ਹੱਥ 'ਚ ਸੋਟੀ ਹੁੰਦੀ ਸੀ, ਤੇ ਇੱਕ ਜਿਹਨੂੰ ਕਹਿੰਦੇ ਨੇ ਆਪਾਂ ਲੋਟਾ ਹੁੰਦਾ ਸੀ, ਬਸ ਹੋਰ ਕੁਝ ਨਹੀਂ। ਇੰਨੀ ਸਿੰਪਲ ਲਾਈਫ, ਪੈਰ ਨੰਗੇ ਹੁੰਦੇ ਸੀ। ਇਹ ਵਾਰਾਣਸੀ ਤੋਂ ਅਯੋਧਿਆ ਪੈਦਲ ਗਏ, ਫਿਰ ਹੌਲੀ ਹੌਲੀ ਇਹ ਰਾਜਸਥਾਨ 'ਚ ਵੀ ਗਏ, ਕੰਨਿਆ ਕੁਮਾਰੀ, ਸਾਰਾ ਹਿੰਦੁਸਤਾਨ 'ਚ ਗਏ। ਸੋ ਮੈਂ ਵਿਵੇਕਾਨੰਦ ਦੀ ਗੱਲ ਕਰ ਰਿਹਾ ਵੀ ਨਾਂ ਇਹਨਾਂ ਦਾ ਕਿਉਂ ਪਿਆ ਵਿਵੇਕਾਨੰਦ। ਇਹ ਹੀ ਵਾਸ ਸੋ ਐਕਸਟਰਾ ਆਰਡੀਨਰੀ ਇੰਟੈਲੀਜੈਂਟ।
ਸੋ ਪਹਿਲਾਂ ਤਾਂ ਜਿਹੜੀ ਵੀ ਗੱਲ ਕਰਦੇ ਸੀ ਨਾ, ਇੰਜ ਨਹੀਂ ਹੈ ਵੀ ਕਾਮਨ ਸੈਂਸ ਨੇ ਕਿਸੇ ਨੇ ਕਹਿਤਾ ਜਾਂ ਕਿਤਾਬ ਨੇ ਕਿਹਾ ਤਾਂ ਮੈਂ ਉਹਦੇ ਤੇ ਯਕੀਨ ਕਰ ਲਾਂ, ਨਹੀਂ। ਉਹ ਉਹਨਾਂ ਚਿਰ ਤੱਕ ਉਸ ਗੱਲ ਤੇ ਯਕੀਨ ਨਹੀਂ ਕਰ ਸਕਦੇ ਸੀ ਜਿੰਨਾ ਚਿਰ ਉਹ ਆਪ ਪ੍ਰੈਕਟੀਕਲ ਉਸ ਨੂੰ ਦੇਖ ਨਹੀਂ ਲੈਂਦੇ ਸੀ, ਉਹਦਾ ਸਬੂਤ ਨਹੀਂ ਮਿਲ ਜਾਂਦਾ ਸੀਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਵਿਵੇਕਾਨੰਦ ਦੀ ਬਾਅਦ 'ਚ ਗੱਲ ਕਰਦੇ ਹਾਂ ਕਿ ਉਹਨਾਂ ਦੇ ਜਦੋਂ ਕਲਕੱਤੇ ਜਨਮ ਹੋਇਆ ਨਾ ਉਹਨਾਂ ਦਾ, ਤੇ ਇੱਕ ਦਰਖਤ ਸੀਗਾ ਸ਼ਮਸ਼ਾਨ ਘਾਟ ਦੇ ਕੋਲੇ, ਉਹ ਤੇ ਕਹਿੰਦੇ ਉਹ ਆਮ ਪ੍ਰਚਾਰ ਸੀ ਵੀ ਇਹਦੇ ਉੱਤੇ ਭੂਤਾਂ ਰਹਿੰਦੀਆਂ, ਇਹਦੇ ਉੱਤੇ ਕੋਈ ਜਾ ਨਹੀਂ ਸਕਦਾ, ਨੇੜੇ ਨਹੀਂ ਜਾਣਾ, ਲੋਕ ਜਾਂਦੇ ਨਹੀਂ ਸੀਗੇ। ਇਹ ਵਿਵੇਕਾਨੰਦ ਨੂੰ ਪਤਾ ਲੱਗੀ ਗੱਲ। ਸੋ ਵਿਵੇਕਾਨੰਦ ਕਹਿੰਦੇ ਜਦੋਂ ਉਹ ਸਕੂਲ ਚੋਂ ਛੁੱਟੀ ਹੁੰਦੀ ਸੀ, ਉਸ ਦਰਖਤ ਦੇ ਉੱਤੇ ਮੈਡੀਟੇਸ਼ਨ ਕਰਦੇ ਸੀ, ਲਗਾਤਾਰ ਲੋਕ ਆ ਕੇ ਦੇਖਦੇ ਵੀ ਇਹ ਤਾਂ ਉੱਪਰ ਬੈਠਾ ਦਰਖਤ ਦੇ, ਉਹਨੂੰ ਬੜਾ ਕਹਿੰਦੇ ਵੀ ਤਾਂ ਭੂਤਾਂ ਨੇ, ਭੂਤਾਂ ਨੇ, ਭੂਤਾਂ ਨੇ। ਉਹਨੇ ਜਦੋਂ ਦੇਖਿਆ ਵੀ ਰੋਜ਼ ਹੀ ਬੈਠਦਾ, ਫਿਰ ਉਹਨੇ ਆ ਕੇ ਦੱਸਿਆ ਲੋਕਾਂ ਨੂੰ ਇਹਦੇ ਭੂਤਾਂ ਨਾਲ ਕੁੱਤਾ ਕੋਈ ਨਹੀਂ, ਜੇ ਭੂਤਾਂ ਹੁੰਦੇ ਤਾਂ ਮੈਨੂੰ ਚੁੰਮੜ ਜਾਣੀਆਂ ਸੀਗੀਆਂ। ਸੋ ਕਹਿਣ ਦਾ ਪਰਪਸ ਇਹ ਹੈ ਵੀ ਇਹ ਆਪ ਪ੍ਰੈਕਟੀਕਲ ਪਹਿਲਾਂ ਤਜਰਬਾ ਕਰਦੇ ਸੀ। ਸੋ ਵਿਵੇਕਾਨੰਦ ਨਾਂ ਕਿਉਂ ਪਿਆ? ਜਦੋਂ ਇਹ ਰਾਜਸਥਾਨ ਦੇ ਵਿੱਚ ਗਏ ਤੇ ਉੱਥੇ ਅਜੀਤ ਸਿੰਘ ਰਾਜਾ ਸੀਗਾ, ਛੋਟੀ ਛੋਟੀਆਂ ਰਿਆਸਤਾਂ ਹੁੰਦੀਆਂ, ਅਜੀਤ ਸਿੰਘ ਰਾਜਾ ਸੀਗਾ, ਉਹ ਹੀ ਵਾਸ ਟੋਟਲੀ ਇਨਫਲੂਐਂਸਡ ਬਾਈ ਹਿਸ ਫਿਲਾਸਫੀ, ਕਿ ਗਰੀਬਾਂ ਦੇ ਲਈ ਜਿਹਨੂੰ ਕਹਿੰਦੇ ਨੇ ਸੋਸ਼ਲ ਰਿਫਾਰਮਰ ਸੀਗਾ, ਸੋਸ਼ਲ ਰਿਫਾਰਮਰ ਸੀ ਵਿਵੇਕਾਨੰਦ, ਉਹ ਨਰਿੰਦਰ ਕਹਿ ਲੋ। ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ, ਉਹਨਾਂ ਦੇ ਨਾਲ ਰਹੇ 2-4 ਦਿਨ, ਉਹਨਾਂ ਨੇ ਦੇਖਿਆ ਵੀ ਹੀ ਇਜ਼ ਐਕਸਟਰਾਆਰਡੀਨਰੀ ਇੰਟੈਲੀਜੈਂਟ, ਤੇ ਉਹਨਾਂ ਨੇ ਉਹਦਾ ਨਾਂ, ਇਹਨਾਂ ਦਾ ਨਾਂ ਜਿਹੜਾ ਸੀਗਾ ਨਰਿੰਦਰ ਤੋਂ ਵਿਵੇਕਾਨੰਦ ਰੱਖਤਾ ਵੀ ਤੈਨੂੰ ਤਾਂ ਬਹੁਤ ਜ਼ਿਆਦਾ ਗਿਆਨ ਹੈ। ਸੋ ਇਸ ਤਰ੍ਹਾਂ ਇਹਨਾਂ ਦਾ ਨਾਮ ਵਿਵੇਕਾਨੰਦ ਪਿਆ। ਸੋ ਕਿਹਾ ਜਾਂਦਾ ਵੀ ਬਚਪਨ ਤੋਂ ਹੀ ਇਹ ਦਾਨ ਦਿੰਦੇ, ਦਾਨ, ਕਿਉਂਕਿ ਪੁਰਾਣੀ ਕੋਈ ਰੂਹ ਪੁਰਾਣੀ ਸੀਗੀ, ਇਹ ਗੱਲ ਬੜੀ ਕਲੀਅਰ, ਰੂਹ ਪੁਰਾਣੀ ਸੀ। ਕਿਉਂਕਿ ਕਈ ਵਾਰ ਅਸੀਂ ਹੁਣ ਇਸ ਜਨਮ ਦੇ ਵਿੱਚ ਜਦੋਂ ਅਸੀਂ ਬਹੁਤ ਮਿਹਨਤ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਅਖੀਰਲੀ ਮੰਜ਼ਿਲ ਤੇ ਨਹੀਂ ਪਹੁੰਚਦੇ, ਪਰ ਫਿਰ ਜਦੋਂ ਅਸੀਂ ਦੂਸਰਾ ਜਨਮ ਲੈਂਦੇ ਹਾਂ ਤਾਂ ਸਾਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਤੇ ਅਸੀਂ ਅੰਦਰਲਾ ਪਰਦਾ ਖੋਲ ਕੇ ਰੱਬ ਦਾ ਰੂਪ ਹੋ ਜਾਂਦੇ ਹਾਂ। ਸੋ ਇਸੇ ਤਰ੍ਹਾਂ ਹੀ ਜਿਹੜੇ ਜਨਮ ਲਿਆ ਸੀ ਇਹਨਾਂ ਨੇ, ਵਿਵੇਕਾਨੰਦ ਨੇ, ਇਹ 3 ਸਾਲ ਦੀ ਉਮਰ ਦੇ ਵਿੱਚ ਵੀ ਜਦੋਂ ਕਲਕੱਤੇ ਦੇ ਵਿੱਚ ਗਲੀਆਂ ਦੇ ਵਿੱਚ ਸਾਧੂ ਆਉਂਦੇ ਤਾਂ ਇਹ ਜਿਹੜਾ ਵੀ ਹੱਥ 'ਚ ਹੁੰਦਾ ਦਾਨ ਕਰ ਦਿੰਦੇ ਸੀ, ਫੜਾ ਦਿੰਦੇ ਸਾਧੂਆਂ ਨੂੰ। ਕਹਿੰਦੇ ਇੱਕ ਵਾਰ ਇਹਨਾਂ ਦੇ ਧੋਤੀ ਪਾਈ ਸੀ, ਕਿਉਂਕਿ ਧੋਤੀ ਵੀ ਪਾਉਂਦੇ ਸ਼ੁਰੂ ਤੋਂ, ਸੋ ਧੋਤੀ ਪਾਈ ਸੀ, ਉੱਪਰੋਂ ਨੰਗੇ ਸੀਗੇ। ਸਾਧੂ ਨੇ ਮੰਗਿਆ ਵੀ ਕੋਈ ਦੇ ਬੇਟਾ, ਕੋਈ ਲਿਆ, ਆਪਣੇ ਪਾਪਾ ਮੰਮੀ ਨੂੰ ਕਹਿ ਕੇ ਅੰਦਰੋਂ ਜਾ ਕੇ ਮੈਨੂੰ ਕੁਝ ਲਿਆ ਕੇ ਦੇ, ਕੱਪੜਾ ਠੰਡ ਹੈ। ਇਹਨਾਂ ਨੇ ਆਪਣੀ ਧੋਤੀ ਲਾ ਕੇ ਉਹਨੂੰ ਦੇ, ਆਪ ਨੰਗੇ ਹੋ ਗਏ। ਇਹ ਗੱਲ ਹਕੀਕਤ ਇਹਨਾਂ ਦੀ ਬਾਇਓਗ੍ਰਾਫੀ ਦੇ ਵਿੱਚ ਇਹ ਗੱਲ ਆਉਂਦੀ ਹੈ। ਹਾਂਜੀ। ਸੋ ਅੱਜ ਵੀ ਜੇ ਤੁਸੀਂ ਦੇਖੋਗੇ ਤੇ 1966 ਦੇ ਵਿੱਚ ਕੈਲਕਟਾ ਦੇ ਅੰਦਰ ਇੱਕ ਗੋਲ ਪਾਰਕ ਹੈ, ਮੈਂ ਖੁਦ ਦੇਖਿਆ ਉਹਨੂੰ, ਕੈਲਕਟਾ ਗਿਆ ਸੀ, ਉੱਥੇ ਮੈਂ ਖੁਦ ਦੇਖਿਆ ਸਵਾਮੀ ਵਿਵੇਕਾਨੰਦ ਦਾ ਮਾਰਬਲ ਤੇ ਤਾਂਬੇ ਦਾ ਬੁੱਤ ਲੱਗਿਆ ਹੋਇਆ। ਫਿਰ 1970 ਦੇ ਵਿੱਚ ਕੰਨਿਆ ਕੁਮਾਰੀ ਦੇ ਵਿੱਚ, ਕਿਉਂਕਿ ਉੱਥੇ ਕੰਨਿਆ ਕੁਮਾਰੀ ਰਹੇ ਸੀਗੇ, ਇਹ ਸਮਾਧੀ ਲਾਉਂਦੇ ਹੁੰਦੇ ਸੀਗੇ, ਉੱਥੇ ਵੀ ਰੌਕ ਮੈਮੋਰੀਅਲ ਜਿਹੜਾ ਹੈਗਾ ਗਾਰਡਨ ਬਣਾਇਆ ਵਿਵੇਕਾਨੰਦ। ਸੋ ਉਹ ਜਿਹੜੇ ਉਸ ਟਾਈਮ ਦੇ ਰਾਸ਼ਟਰਪਤੀ ਸੀ ਬੀਬੀ ਗਿਰੀ ਸਾਡੇ ਇੰਡੀਆ ਦੇ, ਉਹਨਾਂ ਨੇ ਉਹਦਾ ਉਦਘਾਟਨ ਕੀਤਾ ਸੀ। ਆਪਣੇ ਆ ਸ਼ਿਕਾਗੋ ਦੇਖ ਲਓ, ਸ਼ਿਕਾਗੋ ਹਿੰਦੂ ਟੈਂਪਲ ਹੈ, ਮੈਂ ਉਹ ਵੀ ਦੇਖਿਆ ਜਦੋਂ ਮੇਰਾ ਬੇਟਾ ਡਾਕਟਰ ਅੰਕੁਸ਼ ਉੱਥੇ ਰੈਜ਼ੀਡੈਂਸੀ ਕਰਦਾ ਸੀਗਾ। ਸੋ ਉਹ ਸ਼ਿਕਾਗੋ ਦੇ ਹਿੰਦੂ ਟੈਂਪਲ ਦੇ ਵਿੱਚ ਵੀ ਸਵਾਮੀ ਵਿਵੇਕਾਨੰਦ ਦਾ ਬੁੱਤ ਹੈ, ਜਿਹੜਾ ਕਿ 1998 ਦੇ ਵਿੱਚ ਲਗਾਇਆ ਗਿਆ ਸੀਗਾ। ਹੁਣ ਗੱਲ ਕਰਦੇ ਹਾਂ ਇਹ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਵੀ ਇਹ ਕਹਿੰਦੇ ਪ੍ਰਤੱਖ ਚੀਜ਼ ਹੋਣੀ ਚਾਹੀਦੀ ਹੈ, ਪ੍ਰੂਫ ਹੋਣਾ ਚਾਹੀਦਾ। ਗੱਲ ਐਵੇਂ ਨਹੀਂ ਮੰਨਦੇ ਸੀਗੇ। ਜਦੋਂ ਵੀ ਕੋਈ ਸਾਧੂ ਸੰਤ ਮਹਾਤਮਾ ਇਹਨਾਂ ਦੇ ਘਰ ਆਉਂਦਾ ਜਾਂ ਗਲੀ 'ਚ ਆਉਂਦਾ, ਉਹਨੂੰ ਪੁੱਛ, ਜਦੋਂ ਕਹਿੰਦੇ ਉਹ ਅਲਖ ਨਿਰੰਜਨ ਜਾਂ ਓਮ ਸ਼ਿਵ ਜੋ ਵੀ ਕਹਿੰਦੇ, ਉਹਨੇ ਪੁੱਛਣਾ, ਬਾਬਾ ਜੀ ਤੁਸੀਂ ਰੱਬ ਦੇਖਿਆ? ਹਾਲਾ ਚੁੱਪ ਕਰ ਜਾਂਦਾ ਵੀ ਛੋਟਾ ਜਿਹਾ ਬੱਚਾ ਕੀ ਕਰ ਰਿਹਾ, ਮਤਲਬ ਇਹਨਾਂ ਨੂੰ ਜਵਾਬ ਨਹੀਂ ਮਿਲਦਾ ਸੀ। ਇਹ ਬਹੁਤ ਥਾਵਾਂ ਤੇ ਗਏ ਕਿ ਕੋਈ ਬੰਦਾ ਇਹਨਾਂ ਨੂੰ ਇਹ ਨਹੀਂ ਕਹਿ ਸਕਿਆ ਕਿ ਮੈਨੂੰ ਰੱਬ ਦੇਖਿਆ। ਪਰ ਇਹਨਾਂ ਦਾ ਜਿਹੜਾ ਗੋਰਾ ਟੀਚਰ ਸੀ ਜਦੋਂ ਕਾਲਜ ਵਿੱਚ, ਉਹਨੇ ਕਿਹਾ ਵੀ ਇੱਥੇ ਪਰਮਹੰਸ ਨੇ, ਉਹ ਪਹੁੰਚੇ ਵੀ ਨੇ, ਤੂੰ ਉਹਨਾਂ ਕੋਲੇ ਜਾ, ਉਹ ਤੈਨੂੰ ਗਾਈਡ ਕਰਨਗੇ। ਉਮੀਦ ਹੈ ਵੀ ਉਹਨਾਂ ਨੇ ਦੇਖਿਆ ਵੀ, ਕਿਉਂਕਿ ਬਹੁਤ ਸਮਾਧੀ 'ਚ ਰਹਿੰਦੇ ਨੇ, ਮੈਡੀਟੇਸ਼ਨ ਕਰਦੇ ਨੇ। ਜਦੋਂ ਇਹ ਪਰਮਹੰਸ ਨੂੰ ਮਿਲਿਆ, ਕਿਉਂਕਿ ਕਾਲੀ ਦੇਵੀ ਮਾਤਾ ਦੇ ਭਗਤ ਸੀਗੇ, ਮੈਂ ਵੀ ਗੱਲ ਅੱਗੇ ਕਰਾਂਗਾ ਥੋੜੀ ਜੀ ਇਹਨੂੰ ਰਿਸਰਚ ਪੁਆਇੰਟ ਆਫ ਵਿਊ ਨਾਲ, ਕਾਲੀ ਦੇਵੀ ਮਾਤਾ ਦੇ ਭਗਤ ਸੀਗੇ ਤੇ ਪੂਰਨ ਸੰਤ ਸੀਗੇ। ਅੱਜ ਦੇ ਜ਼ਮਾਨੇ ਵਿੱਚ ਜਿਹੜੇ ਸਾਡੇ ਲਿਵਿੰਗ ਗੁਰੂ ਨੇ, ਚਾਹੇ ਉਹ ਰਾਧਾ ਸੁਆਮੀ ਨੇ, ਚਾਹੇ ਉਹ ਕੋਈ ਨਿਰੰਕਾਰੀ ਨੇ, ਚਾਹੇ ਕੋਈ ਉਹ ਰਾਮ ਰਹੀਮ ਹੈ, ਬਾਬਾ, ਜਿਹੜੇ ਵੀ ਨੇ, ਉਹ ਇਹ ਕਹਿੰਦੇ ਨੇ ਵੀ ਲਿਵਿੰਗ ਗੁਰੂ ਨੂੰ ਜਿੰਨਾ ਚਿਰ ਤੱਕ ਤੁਸੀਂ ਗੁਰੂ ਨਹੀਂ ਨਾ ਮੰਨਦੇ ਤੇ ਤੁਸੀਂ ਤਰੱਕੀ ਨਹੀਂ ਕਰ ਸਕਦੇ, ਤੁਸੀਂ ਅੰਦਰਲਾ ਪਰਦਾ ਨਹੀਂ ਖੋਲ ਸਕਦੇ, ਤੁਸੀਂ ਸੱਚਖੰਡ ਨਹੀਂ ਜਾ ਸਕਦੇ। ਹੁਣ ਇੱਥੇ ਆਪਾਂ ਗੱਲ ਕਰ ਰਹੇ ਹਾਂ, ਮੈਂ ਗੱਲ ਕਹੀ ਹੈ ਵੀ ਜਿਹੜੇ ਰਾਮ ਕ੍ਰਿਸ਼ਨ ਪਰਮਹੰਸ ਸੀਗੇ, ਉਹ ਕਾਲੀ ਦੇਵੀ ਦੇ ਭਗਤ ਸੀਗੇ, ਬਹੁਤ ਵੱਡੇ ਭਗਤ ਸੀਗੇ ਤੇ ਪਰਫੈਕਟ ਮਾਸਟਰ ਸੀਗੇ। ਇਹਦਾ ਕੀ ਹੈ ਕਿ ਜਦੋਂ ਵਿਵੇਕਾਨੰਦ ਜੀ ਇਹਨਾਂ ਨੂੰ ਮਿਲੇ ਤਾਂ ਇਹਨਾਂ ਦਾ ਇੱਕੋ ਹੀ ਕੁਐਸਚਨ ਸੀਗਾ ਕਿ ਹੈਵ ਯੂ ਸੀਨ ਗॉड? ਪਰਮਹੰਸ ਨੂੰ, ਰਾਮ ਕ੍ਰਿਸ਼ਨ ਪਰਮਹੰਸ ਜੀ ਨੂੰ ਪੁੱਛਦੇ ਨੇ ਵਿਵੇਕਾਨੰਦ ਜੀ, ਹੈਵ ਯੂ ਸੀਨ ਗॉड? ਸੋ ਪਰਮਹੰਸ ਨੂੰ ਪਤਾ ਸੀ, ਉਹ ਅੰਦਰਲੀ ਦਰਵਾਜ਼ੇ ਉਹਨਾਂ ਦੇ ਖੁੱਲੇ ਸੀ, ਭੇਦ ਖੁੱਲਿਆ ਸੀ, ਸੱਚਖੰਡ ਦੇ ਵਾਸੀ ਹੋ ਚੁੱਕੇ ਸੀ। ਉਹ ਕਹਿੰਦੇ ਯੈਸ I see him just I see you here। ਕਹਿੰਦੇ ਪ੍ਰਮਾਤਮਾ ਮੈਂ ਦੇਖਿਆ ਜਿਵੇਂ ਤੂੰ ਮੇਰੇ ਸਾਹਮਣੇ ਖੜਾ ਨਾ,
ਇਸੇ ਤਰੀ परमात्मा मेरे सामने खड़ा है, शरीर च नहीं, परमात्मा एक ताकत का नाम है। जिन्नियां अखां खुल जांदियां वो पहला जो खुल जान उन्होंने परमात्मा के दर्शन हो जाते हैं, तो फिर वो जी पावर देखता, परमात्मा की शक्ति देखता है, क्योंकि वो अंदरला पर्दा खुल गया, फिर वो हर चीज़ के विच कन कन दे विच उस ताकत नूं देखदा है। सो इसे करके परमहंस ने क्योंकि मेहनत की सीगी, मेहनत करके उन्होंने अपना पर्दा खोल लिया सीगा। इस करके वो कहते यस आई सी हिम जस्ट आई सी यू हियर। कहते इफ यू वीप सिंसीयरली फॉर गॉड then God manifest himself। जे ਉਹਦੀ याद ਦੇ ਵਿੱਚ ਉਹਦੀ ਤੜਫ ਦੇ ਵਿੱਚ ਅਸੀਂ ਰੋਂਦੇ ਰਹਿਣੇ ਆ ਨਾ, ਫਿਰ ਇੱਕ ਨਾ ਇੱਕ ਦਿਨ परमात्मा ਜ਼ਰੂਰ ਆਉਂਦਾ ਹੈ। ਜੇ ਹੁਣ ਆਪਾਂ ਗੱਲ ਕਰੀਏ ਵੀ ਕਾਲੀ ਦੇਵੀ ਦੀ, ਲੋਕ ਇੱਕ ਵਾਰ ਮੈਨੂੰ ਯਾਦ ਹੈ ਜਦੋਂ ਇਹ ਰਾਜਸਥਾਨ ਦੇ ਵਿੱਚ ਗਏ ਤਾਂ ਉੱਥੇ ਇੱਕ ਜਿਹੜਾ ਰਾਜਾ ਸੀਗਾ ਤੇ ਉਹਨੂੰ ਇਹਦੇ ਵਿਚਾਰ ਬੜੇ ਵਧੀਆ ਲੱਗੇ ਵੀ ਬੜੇ ਇਹ ਜਾਤ ਪਾਤ ਦੇ ਖਿਲਾਫ ਹੈ। ਪਹਿਲਾਂ ਮੈਂ ਜਾਤ ਪਾਤ ਦੀ ਬਾਅਦ ਚ ਗੱਲ ਕਰਦਾ, ਪਹਿਲਾਂ ਇਹੀ ਗੱਲ ਕਰਨਾ। ਸੋ ਰਾਜੇ ਨੇ ਇਹਨਾਂ ਨੂੰ, ਜਦੋਂ ਰਾਜਸਥਾਨ ਦੇ ਵਿੱਚ ਸੀਗੇ, ਉਹ ਇੱਕ ਹੋਰ ਰਾਜਾ ਸੀਗਾ, ਉਹਨਾਂ ਨੇ ਵਿਵੇਕਾਨੰਦ ਨੂੰ ਬੁਲਾਇਆ। ਹਾਂਜੀ, ਉਹਨਾਂ ਦਾ ਨਾਮ ਸੀਗਾ ਮੰਗਲ ਸਿੰਘ। ਹਾਂਜੀ, ਰਾਜਸਥਾਨ ਦੇ ਵਿੱਚ। ਸੋ ਮੰਗਲ ਸਿੰਘ ਨੇ ਜਦੋਂ ਬੁਲਾਇਆ, ਉਹਨਾਂ ਦੇ 2-3 ਵਜ਼ੀਰ ਵੀ ਸੀਗੇ ਕੋਲੇ, ਤੇ ਮੰਗਲ ਸਿੰਘ ਕਹਿੰਦਾ ਵੀ ਮਹਾਤਮਾ ਜੀ, ਮੈਂ ਤੁਹਾਡੀ ਇੱਕ ਗੱਲ ਤਾਂ ਮੰਨਦਾ ਕਿ ਤੁਸੀਂ ਇਹ ਪ੍ਰਚਾਰ ਕਰਦੇ ਹੋ ਕਿ ਇਸ ਦੁਨੀਆ ਦੇ ਵਿੱਚ, ਇਸ ਧਰਤੀ ਦੇ ਉੱਤੇ ਨਾ ਅਮੀਰ ਗਰੀਬ ਨੂੰ ਨਫ਼ਰਤ ਨਾ ਕਰੋ, जात पात देख के नफरत ना करो, क्योंकि हर बंदे दे विच नो मैटर वट ओहदी किहड़ी जात है, किहड़ा धर्म है, कितना अमीर है, कितना गरीब है, किहड़े रंग दा है, वो परमात्मा सारियां दे विच हैगा। सिर्फ सानू पहचान करने की लोड़ है। जदों परमात्मा साडे सारियां दे अंदर है, सो तां फिर मंदा किस नूं आखीए जे दूजा होए, सो फिर असीं उहनूं बुरा जां भला क्यों कह सकदे जो कि परमात्मा ही सारियां च वसदा है। वो कहंदे इह तां गल तेरी मैं मनदा, पर मैनूं तूं कैं दस, तूं कहना मैं काली देवी नूं मनदा, तेरे गुरु काली देवी नूं मनदे ने, मैं आई डोंट बिलीव दी स्टोन्स आइडियल्स, ये पत्थरां दीयां मूर्तियां दे विच मैं कोई विश्वास नहीं करता। ये गल नहीं मैनूं समझ आउंदी, तुसीं ये पत्थर नूं किसी नूं कहंदे हनुमान जी है, जिस तरह दुर्गा जी है, कोई लक्ष्मी जी है, भी मैं नहीं विश्वास करता पत्थरां दे बारे। तू मैनूं समझा भी ना भी ये रब है, ये रब किवें हो सकदे ने पत्थर? किते तां दे पत्थर की फोटो होर है, किसी मंदिर च किसी होर है, किते जाओ उसे हनुमान की फोटो होर है, ये पत्थर किवें रब हो सकदे ने? सो जो विवेकानंद जी ने यह गल क्वेश्चन किया, हुण इहनूं समझाउण दे लई उन्हां ने एक छोटी जी एग्जाम्पल दी, क्योंकि जिहड़े पहुंचे हुंदे ने, जिन्हां अंदरों मेहनत करके अपना पर्दा खोल लिया, उन्हां नूं पटकदे ने समझाउण दी सिंपल तरीका मिल जाता है। जदों उन्हां ने यह सवाल किया तां उस जिहड़ा राजा बैठा सी, नाल एक पासे विवेकानंद बैठे सी, 2-3 उन्हां दे मिनिस्टर बैठे सीगे, ते उहने कंध कन्नी देखी जिथे राजा बैठा, उत्थे राजे की फोटो लगी हुई सी, पिक्चर लगी हुई सी। उन्हें एक मिनिस्टर नूं कहा, जिहड़ा सीनियर मिनिस्टर सी, कहंदे मंत्री जी आ जिहड़ी तस्वीर है ना, प्लीज इहनूं लिआओ मेरे कोल। ते राजे ने इशारा किया भी ला लो। उन्हें कंध दे उत्तों वो तस्वीर राजे की लाई, जरा उहदे हत्थ च फड़ी सी मंत्री दे। मंत्री नूं कहंदे विवेकानंद जी कहंदे मंत्री जी तुसीं इहदे उत्ते थुक्को, स्पिट ऑन दिस पिक्चर। वो देख के घबरा गया भी तां राजे की पिक्चर है, कहंदा थुक्को, कहंदा मूर्ख बंदा। उन्हें फिर विवेकानंद ने कहा, कहते मंत्री जी प्लीज इस उत्ते थुक्को। वो कहता मैं किवें थुक सकदा, तो राजे की फोटो है, कहंदा ओदी उन्हें रोक गया। राजे नूं कहंदे संबोधन करके कहंदे विवेकानंद, कहंदे महाराज मैं तुहाडा निरादर नहीं कर सकदा सी, मेरे दिल दे विच तुहाडी बहुत इज्जत है। एक पासे आ जिहड़ी तस्वीर है, पिक्चर है, ये तुसीं हो, ते दूजे पासे तुसीं है नहीं, क्योंकि पिक्चर दे विच ना तां इहदे विच सिर्फ की है कि कपड़ा है, पेपर है, इहदे उत्ते रंग कीता होया, इस करके तुसीं नहीं हो, तुसीं तां मेरे कोले बैठे हो। पर दूसरे पासे तुसीं हो, क्योंकि इहने थुकिया नहीं, क्योंकि इहनूं इस पिक्चर दे विच तुहाडा रूप नज़र आउंदा है। कहंदे इसे तरह ही जिहड़े भी बंदे भगत प्यारे, कोई लक्ष्मी नूं पूजदा, कोई रामचंद्र नूं पूजदा, कोई शिव जी नूं पूजदा, कोई नानक नूं पूजदा, किसी नूं भी पूजदा, जे वह किताबां नूं पूजदा, चाहे वह पत्थरां नूं पूजदा, उहदे विच उहदी शरधा रखी जाती है। जिस तरह ने थुकिया नहीं, ये पिक्चर दे विच तुहानूं देख रहा है। इसे तरह जिहड़े बुत ने जिन्हां नूं असीं पूजदे हां, ओह परमात्मा दा ही रूप हुंदे ने। सो इन्हां ने गल बड़े एक सिंपल तरीके दे नाल समझाई। सोशल रिफॉर्मर बड़े तकड़े सीगे। सोशल रिफॉर्मर्स तो सीगे, ये कई बार कहते जो शिकागो गए ना, उत्थे गए इस करके जो देखते भी उत्थों का रहन सहन होर है, उत्थे गरीबी ना आउंदी कोई नहीं, जात पात दवे जिहड़े कुचले लोगों की उत्थे कोई नहीं, सब बराबर डील किया जाता। कई बार ये कहते फर्श ते उच्ची उच्ची रोंदे हुंदे सी। इन्हां दी बुक दे विच मैं पढ़े बहुत रोंदे भी साडे देश दे विच ये हालत क्यों माड़ी है, गरीबां दी क्यों माड़ी है। जदों ये अपना उन्हां जो गुरु रामकृष्ण परमहंस की जो डैथ हुई,
1986 ਦੇ ਵਿੱਚ। ਤਾਂ ਇਹ ਯਾਤਰਾ ਦੇ ਉੱਤੇ ਨਿਕਲ ਗਏ, ਉਹਨਾਂ ਦਾ ਪ੍ਰਚਾਰ ਕਰਨ ਲਈ ਨਿਕਲ ਗਏ। ਤੇ ਜਦੋਂ ਇਹ ਕਹਿੰਦੇ ਰਾਜਸਥਾਨ ਦੇ ਵਿੱਚ ਗਏ ਨੇ ਨਾ, ਤਾਂ ਉੱਥੇ ਉਹਨਾਂ ਨੇ ਗਰੀਬ ਲੋਕਾਂ ਦੀ ਬਹੁਤ ਇਹਨਾਂ ਨੇ ਮਾੜੀ ਹਾਲਤ ਦੇਖੀ। ਤੇ ਇਹ ਸਤਸੰਗ ਕਹਿ ਲਓ ਜਾਂ ਲੈਕਚਰ ਦਿਆ ਕਰਦੇ ਸੀਗੇ, ਲੋਕ ਇਕੱਠੇ ਹੁੰਦੇ, ਲੋਕ ਚਲੇ ਜਾਂਦੇ, ਇਹ ਇੱਕ ਟਰੀ ਦੇ ਥੱਲੇ ਬੈਠੇ ਹੁੰਦੇ, ਲੋਕ ਆਪਣਾ ਲੈਕਚਰ ਸੁਣ ਕੇ ਚਲੇ ਜਾਂਦੇ। ਤੇ ਇਹ ਜੇ ਕੋਈ ਕਿਸੇ ਨੇ ਦੇਤਾ ਤਾਂ ਖਾ ਲਿਆ, ਨਹੀਂ ਦਿੱਤਾ ਤਾਂ ਉੱਥੇ ਸੌ ਜਾਂਦੇ। ਤੇ ਇੱਕ ਗਰੀਬ ਬੰਦਾ, ਮਹਾ ਗਰੀਬ ਬੰਦਾ ਦੇਖ ਰਿਹਾ ਸੀਗਾ ਵੀ ਇਹ ਤਾਂ ਵਿਵੇਕਾਨੰਦ ਜੀ ਦਾ ਹੋ ਗਏ 3 ਦਿਨ ਹੋ ਗਏ, ਨਾ ਇਹਨਾਂ ਨੇ ਪਾਣੀ ਪੀਤਾ, ਨਾ ਰੋਟੀ ਲਿਆ, ਸਭ ਆਪਣਾ ਲੈਕਚਰ ਸੁਣ ਕੇ, ਸਤਸੰਗ ਸੁਣ ਕੇ ਚਲੇ ਜਾਂਦੇ ਨੇ। ਉਹ ਸਾਰੇ ਚਲੇ ਗਏ, ਉਹ ਬੈਠਾ ਰਿਹਾ। ਪਰ ਉਹਨੂੰ ਪਤਾ ਸੀ ਮੈਂ ਚੂੜਾ ਜਾਂ ਮੈਂ ਹਰੀਜਨ, ਮੈਂ ਚਮਿਆਰ ਹਾਂ ਜਾਂ ਮੋਚੀਆਂ ਕੁਛ ਵੀ ਹਾਂ, ਗਰੀਬ ਹਾਂ। ਤੇ ਉਹਨੇ ਡਰਦੇ ਡਰਦੇ ਨੇ ਵਿਵੇਕਾਨੰਦ ਨੂੰ ਕਿਹਾ, ਕਹਿੰਦੇ ਮਹਾਰਾਜ ਜੀ ਵੀ ਤੁਸੀਂ ਤਾਂ 2 ਦਿਨ ਹੋ ਗਏ ਮੈਂ ਦੇਖ ਰਿਹਾ, 3 ਦਿਨ ਤੁਸੀਂ ਇੱਥੇ ਪਏ ਹੋ, ਨਾ ਪਾਣੀ ਨਾ ਰੋਟੀ, ਇਹ ਸਭ ਚਲੇ ਜਾਂਦੇ ਨੇ। ਜੇ ਤੁਸੀਂ ਕਹੋ ਮੈਂ ਥੋੜੇ ਜਿਹੇ ਦਾਲ ਚਾਵਲ ਲਿਆਇਆ, ਤੁਸੀਂ ਪਕਾ ਕੇ ਖਾ ਲਓ, ਤੁਸੀਂ ਭੁੱਖੇ ਹੋਵੋਗੇ। ਉਹ ਕਹਿੰਦੇ ਜੀ ਲਿਆਇਆ, ਤੂੰ ਬਣਾ। ਉਹ ਕਹਿੰਦਾ ਮੈਂ ਬਣਾਵਾਂ, ਤੁਸੀਂ ਮੇਰੇ ਹੱਥ ਦਾ ਖਾ ਲਓਗੇ? ਕਹਿੰਦੇ ਹਾਂ। ਉਹਦੇ ਘਰੇ ਚਲੇ ਗਏ, ਖਾਣਾ ਖਾਧਾ, ਬਹਿ ਕੇ ਖਾਧਾ। ਤੇ ਉਹ ਜਿਹੜੇ ਗਰੀਬ ਸੀਗੇ ਉਹ ਲੋਕਾਂ 'ਚ ਪਿਆਰ ਕਰਕੇ ਝੋਪੜੀਆਂ 'ਚ ਹੀ ਰਹਿੰਦੇ ਸੀ। ਇਸ ਕਰਕੇ ਹੀ ਇਜ਼ ਅ ਮੈਨ ਆਫ ਪ੍ਰਿੰਸੀਪਲ, ਹੀ ਇਜ਼ ਅ ਮੈਨ ਆਫ ਵਰਡਸ। ਸੋ ਇਸ ਕਰਕੇ ਬਹੁਤ ਵੱਡੇ ਸਮਾਜ ਜਿਹੜੇ ਸੁਧਾਰਕ ਹੋਏ ਨੇ। ਹਾਂਜੀ, ਸੋ ਇਹਨਾਂ ਦੀ ਜਿਹੜੀ ਵੱਡੀ ਗੱਲ ਹੁੰਦੀ ਸੀ ਨਾ, ਇਹਨਾਂ ਨੇ ਸਾਨੂੰ ਯੂਥ ਨੂੰ ਖਾਸ ਕਰਕੇ ਸਮਝਾਇਆ ਕਿ ਉਠੋ, ਜਾਗੋ, ਚਲਤੇ ਰਹੋ जब तक के अपना लक्ष्य पूरा ना कर सको। ਇਹਦਾ ਮਤਲਬ ਕੀ ਹੈ ਕਿ ਉਹਨਾਂ ਨੇ, ਵਿਵੇਕਾਨੰਦ ਜੀ ਨੇ ਕਿਹਾ ਵੀ ਤੁਸੀਂ ਕਦੇ ਵੀ ਰੁਕਣਾ ਨਹੀਂ ਹੈ। ਹਾਂਜੀ, ਸੋ ਇਸ ਕਰਕੇ ਉਠੋ, awake, ਜਾਗੋ ਐਂਡ ਚਲਤੇ ਰਹੋ ਐਂਡ ਡੋਂਟ ਸਟਾਪ ਅਨਲੈਸ ਯੂ ਅਚੀਵ ਯੂਅਰ ਗੋਲ। ਕਹਿੰਦੇ ਨੇ ਇੱਕ ਵਾਰੀ, ਇਹਨਾਂ ਦੀ ਪੱਕੀ ਗੱਲ ਸੀ, ਯੂਥ ਨੂੰ ਸਮਝਣ ਦੀ ਲੋੜ ਹੈ, ਸਾਡੇ ਜਿਹੜੇ ਨੌਜਵਾਨ ਨੂੰ ਨੇ। ਅਸੀਂ ਕੀ ਕਰਦੇ ਹਾਂ, ਜੇ ਕੋਈ ਦੁਕਾਨ ਕਰਦਾ, ਕੋਈ ਕੱਪੜੇ ਦੀ ਦੁਕਾਨ ਕਰਦਾ, ਉਹ ਚੱਲੀ ਨਹੀਂ, ਦੂਜਾ ਕਹਿੰਦਾ ਪੰਸਾਰੀ ਦੀ ਕਰ ਲਾ, ਉਹ ਕਰ ਲੈਂਦਾ, ਤੀਜਾ ਕਹਿੰਦਾ ਹਲਵਾਈ ਦੀ ਕਰ ਲਾ, ਉਹ ਕਰ ਲੈਂਦਾ, ਚੌਥਾ ਕਹਿੰਦਾ ਵੀ ਤੂੰ ਉੱਥੇ ਜਾ ਕੇ ਫੈਕਟਰੀ ਜੌਬ ਕਰ ਲਾ, ਉਹ ਕਰ ਲੈਂਦਾ। ਦੁਖੀ ਰਹਿੰਦਾ, ਕਾਮਯਾਬ ਨਹੀਂ ਹੁੰਦਾ। ਐਸੇ ਤੇ ਸਾਡੀ ਪੜ੍ਹਾਈ ਹੈ, ਕਿਸੇ ਨੇ ਕਹਿੰਦਾ ਇੰਜੀਨੀਅਰਿੰਗ ਕਰ ਲੈ, ਉਹ ਇੰਜੀਨੀਅਰ ਕਰਨ ਲੱਗੇ, ਉੱਥੇ ਦੇਖਿਆ ਗੱਲ ਨਹੀਂ ਬਣੀ, ਚਲ ਮੈਡੀਕਲ ਕਰ ਲੈ, ਮੈਡੀਕਲ ਨਹੀਂ ਕਰਨੀ ਤੇ ਉਹ ਮਾਸਟਰਸ ਕਰ ਲੈ, ਆਰਟਸ ਦੀ ਕਰ ਲੈ, ਕੋਈ ਕਹਿੰਦਾ ਕੰਪਿਊਟਰ ਦੀ ਕਰ ਲੈ। ਸੋ ਇਸ ਕਰਕੇ ਅਸੀਂ ਡਿਸਟਰੈਕਟ ਰਹਿੰਦੇ ਹਾਂ। ਸੋ ਇਸੇ ਤਰ੍ਹਾਂ ਇੱਕ ਜਿਹੜਾ ਨੌਜਵਾਨ ਹੈ, ਇੱਕ ਵਾਰ ਵਿਵੇਕਾਨੰਦ ਕੋਲੇ ਆਇਆ ਤੇ ਆ ਕੇ ਰੋਣ ਲੱਗ ਗਿਆ, ਕਹਿੰਦਾ ਵੀ ਮਹਾਰਾਜ ਜੀ ਮੈਂ ਜ਼ਿੰਦਗੀ 'ਚ ਤਰੱਕੀ ਨਹੀਂ ਕਰਦਾ, ਬਹੁਤ ਦੁਖੀ ਰਹਿਣਾ, ਕੋਈ ਚੀਜ਼ ਦਾ ਕੰਮ ਨਹੀਂ ਬਣਦਾ। ਉਹ ਕਹਿੰਦੇ ਕੰਮ ਨਹੀਂ, ਕੋਈ ਮੈਨੂੰ ਤਰੀਕਾ ਦੱਸੋ ਜਿਹਦੇ ਨਾਲ ਮੇਰਾ ਕੰਮ ਬਣੇ, ਕੋਈ ਜ਼ਿੰਦਗੀ ਦਾ ਸੂਤ ਸਮਝਾਓ। ਵਿਵੇਕਾਨੰਦ ਕਹਿੰਦੇ ਠੀਕ ਹੈ, ਆ ਮੇਰਾ ਕੁੱਤਾ ਹੈ। ਵਿਵੇਕਾਨੰਦ ਹਮੇਸ਼ਾ ਜਾਨਵਰ, ਕੁੱਤੇ, ਬਿੱਲੀਆਂ, ਕਬੂਤਰ ਬੜੇ ਰੱਖਦੇ, ਜਾਨਵਰਾਂ ਨੂੰ ਬਹੁਤ ਪਿਆਰ ਕਰਦੇ, ਕਿਉਂਕਿ ਅੰਦਰਲਾ ਪਰਦਾ ਖੁੱਲਿਆ ਵਾ ਸੀ ਉਹਨਾਂ ਦਾ। ਸੋ ਕਹਿੰਦੇ ਆ ਮੇਰਾ ਕੁੱਤਾ ਹੈ, ਥੋੜਾ ਜਿਹਾ 15-20 ਮਿੰਟ ਇਹਨੂੰ ਘੁਮਾ ਲਿਆ, ਫਿਰ ਮੈਂ ਤੇਰਾ ਜਵਾਬ ਦਿੰਦਾ। ਉਹਨੇ ਕੁੱਤੇ ਦੀ ਲੀਸ਼ ਕੀ ਰੱਸੀ ਫੜੀ ਤੇ ਲੈ ਗਿਆ। ਅੱਧੇ ਕੁ ਘੰਟੇ ਬਾਅਦ ਆਇਆ ਵਿਵੇਕਾਨੰਦ ਦੇ ਕੋਲ, ਤੇ ਜਦੋਂ ਆਇਆ ਉਹ ਬੰਦਾ ਜਿਹੜਾ ਸੀਗਾ ਠੀਕ ਠਾਕ ਸੀਗਾ, ਤੇ ਕੁੱਤਾ ਜਿਹੜਾ ਸੀ ਹੰਭਿਆ ਵਾ ਸੀ, ਸਾਹ ਚੜਿਆ ਵਾ ਸੀ ਕੁੱਤੇ ਨੂੰ। ਤੇ ਵਿਵੇਕਾਨੰਦ ਨੇ ਪੁੱਛਿਆ ਵੀ ਨੌਜਵਾਨ, ਤੂੰ ਬਿਲਕੁਲ ਠੀਕ ਠਾਕ ਹੈ, ਤੈਨੂੰ ਸਾਹ ਨਹੀਂ ਚੜਿਆ, ਕੀ ਗੱਲ, ਕੁੱਤੇ ਨੂੰ ਕਿਉਂ ਸਾਹ ਚੜ ਗਿਆ? ਉਹ ਕਹਿੰਦਾ ਮਹਾਰਾਜ ਜੀ ਗੱਲ ਅਸਲ 'ਚ ਇਹ ਹੈ, ਜਦੋਂ ਮੈਂ ਕੁੱਤੇ ਨੂੰ ਲੈ ਕੇ ਗਿਆ ਨਾ ਬਾਗ ਦੇ ਵਿੱਚ, ਪਾਰਕ ਦੇ ਵਿੱਚ, ਮੈਂ ਤਾਂ ਸਿੱਧਾ ਤੁਰਿਆ ਗਿਆ, ਇਹ ਕੁੱਤਾ ਕਦੇ ਇੱਧਰ ਨੂੰ ਭੱਜੇ, ਕਦੇ ਉੱਧਰ ਨੂੰ ਭੱਜੇ, ਜਿੱਥੇ ਵੀ ਖਾਣ ਵਾਲੀ ਚੀਜ਼ ਮਿਲ ਜੇ, ਕਿਤੇ ਉੱਧਰ ਬਾਥਰੂਮ ਨੂੰ ਜਾਵੇ, ਕਿਤੇ ਕਹਿੰਦੇ ਭੱਜਦਾ ਰਿਹਾ ਇੱਧਰ ਉੱਧਰ ਨੂੰ, ਮੈਂ ਤਾਂ ਸਿੱਧਾ ਤੁਰਿਆ ਗਿਆ, ਇਸ ਕਰਕੇ ਮੈਂ ਥੱਕਿਆ ਨਹੀਂ, ਤੇ ਇਹ ਥੱਕ ਗਿਆ, ਇਹ ਸਾਹ ਚੜਿਆ ਹੋਇਆ। ਕਹਿੰਦੇ ਬਸ ਆਹੀ ਗੱਲ ਹੈ, ਜਦੋਂ ਅਸੀਂ ਆਪਣੇ ਇੱਕ ਲਕਸ਼ ਨੂੰ ਮੰਨ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਪੂਰਾ ਜ਼ੋਰ ਲਾ ਦਿਆਂਗੇ, ਤਾਂ ਅਵਸ਼ ਤੁਸੀਂ ਉਸ ਲਕਸ਼ ਨੂੰ ਪ੍ਰਾਪਤ ਕਰੋਗੇ। ਕਹਿੰਦੇ ਨੇ, ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਹੋਰ ਦੇ ਦਿੰਦਾ। ਜਦੋਂ ਹੋਏ ਸ਼ਿਕਾਗੋ ਸੀਗੇ, ਤੇ ਉਹ ਪੁਲ ਦੇ ਉੱਤੇ ਸੈਰ ਕਰ ਰਹੇ ਸੀਗੇ, ਤੇ ਇੱਕ ਕੁਝ ਮੁੰਡੇ, 10-12 ਮੁੰਡੇ ਜਾਂ 5-7 ਮੁੰਡੇ, ਉਹਨਾਂ ਕੋਲੇ ਬੰਦੂਕ ਸੀਗੀ, ਅਸਲੀ ਬੰਦੂਕ ਬੰਦੇ ਮਾਰਨ ਵਾਲੀ, ਜਿਹੜੀ ਉਹ ਟੋਏ ਨਾਲ ਖੇਡਣ ਵਾਲੀ ਹੈ। ਤੇ ਉਹ ਝੀਲ ਦੇ ਵਿੱਚ ਆਂਡਿਆਂ ਦੇ ਛਿਲਕੇ ਜਾ ਰਹੇ ਸੀ, ਤੇ ਉਹ ਨਿਸ਼ਾਨੇ ਲਾ ਰਹੇ ਸੀਗੇ ਆਂਡੇ ਦੇ ਉੱਤੇ, ਉਹ ਕੋਈ ਨਿਸ਼ਾਨਾ ਨਹੀਂ ਲੱਗ ਰਿਹਾ ਸੀਗਾ। ਇੰਨੇ ਨੂੰ ਜਦੋਂ ਵਿਵੇਕਾਨੰਦ ਜੀ ਨੇ ਦੇਖਿਆ, ਉਹਨਾਂ ਨੂੰ ਕਹਿੰਦੇ ਕੈਨ ਯੂ ਗਿਵ ਮੀ ਯੂਅਰ ਪਿਸਟਲ। ਉਹਨੇ ਉਹਨੂੰ ਬੰਦੂਕ ਦੇ ਦਿੱਤੀ, ਤੇ ਵਿਵੇਕਾਨੰਦ ਨੇ ਪੂਰਾ ਨਿਸ਼ਾਨਾ ਮਾਰਿਆ, ਪਹਿਲਾ ਨਿਸ਼ਾਨਾ ਮਾਰਿਆ ਆਂਡੇ 'ਚ, ਦੂਜਾ, ਤੀਜਾ, ਉਹਨਾਂ ਨੇ 12 ਗੋਲੀਆਂ ਚਲਾਈਆਂ, 12 ਦੇ 12 ਆਂਡੇ ਭੰਨਤੇ। ਤੇ ਉਹਨਾਂ ਨੇ ਪੁੱਛਿਆ ਵੀ ਸਾਡੇ ਕੋਲ ਕਿਉਂ ਨਹੀਂ ਟੁੱਟਿਆ? ਤੁਸੀਂ ਤਾਂ ਕਮਾਲ ਕਰਤੀ, 12 ਦੇ 12। ਕਹਿੰਦੇ ਬੇਟਾ, ਆਪਣਾ ਲਕਸ਼ ਜਿਹੜਾ ਨਾ, ਏਮ, ਉਹਨੂੰ ਕਨਸੈਂਟਰੇਟ ਕਰੋ।
ਜਦੋਂ ਅਸੀਂ ਕਿਤੇ ਪਾਣੀ ਨੂੰ ਦੇਖਦੇ ਹਾਂ ਕਿ ਦੂਜਿਆਂ ਨੂੰ ਦੇਖਦੇ ਉਹ ਚ ਮਾਰਾਂ ਕਿਸੇ ਚ ਮਾਰਾਂ ਤਾਂ ਸਾਡਾ ਕਦੇ ਵੀ ਕਾਮਯਾਬ ਨਹੀਂ ਹੁੰਦਾ। 1 ਲੱਖ ਲੱਖੋ ਜੇ ਹੁਣ ਤੁਸੀਂ ਸੋਚਦੇ ਕਿ ਪਰਮਾਤਮਾ ਨੂੰ ਮਿਲਾਂਗੇ, ਜਿਵੇਂ ਇਹਨਾਂ ਨੂੰ ਵੀ ਕਿਹਾ, ਇਹਨਾਂ ਨੂੰ ਵੀ ਸੁਪਨਾ ਆਇਆ ਸੀਗਾ ਵਿਵੇਕਾਨੰਦ ਜੀ ਨੂੰ ਜੋ ਛੋਟੇ ਸੀਗੇ, ਕਿ ਕਹਿੰਦੇ ਰਾਤ ਨੂੰ ਸੁਪਨਾ ਆਇਆ ਸ਼ਿਵ ਜੀ ਪ੍ਰਗਟ ਹੋਏ ਵੀ ਤੇਰੇ ਕੋਲ 2 ਆਪਸ਼ਨਸ ਨੇ ਇਸ ਲਾਈਫ ਦੇ ਵਿੱਚ, ਜਾਂ ਤੂੰ ਬਹੁਤ ਵੱਡਾ ਪਾਵਰਫੁਲ ਅਮੀਰ ਬਣ ਜਾ, ਤੇਰੇ ਕੋਲ ਗੱਡੀਆਂ ਹੋਣਗੀਆਂ, ਵੱਡੇ ਵੱਡੇ ਘਰ ਹੋਣਗੇ, ਉਹ ਹੋਣਗੇ, ਆ ਹੋਊਗਾ, ਕਿ ਜਾਂ ਫਿਰ ਤੂੰ ਟਾਪ ਦਾ ਸੰਤ ਬਣ ਜਾ, ਤੂੰ ਦੇਖ ਕੀ ਕਰਨਾ। ਸੋ ਇਹਨਾਂ ਨੇ ਚੂਜ਼ ਕੀਤਾ ਕਿ ਨਹੀਂ, ਇਹ ਐਸ਼ਾਂ ਦੇ ਵਿੱਚ ਕੁਝ ਨਹੀਂ ਪਿਆ ਕੱਢਣ ਨੂੰ, ਅਲਟੀਮੇਟਲੀ ਖਾਲੀ ਹੱਥੀ ਜਾਣਾ। ਸੋ ਮੈਂ ਸੰਤ ਬਣਨਾ ਤਾਂ ਕਿ ਮੈਨੂੰ ਜ਼ਿੰਦਗੀ ਜੂਣ ਦਾ ਪਰਪਸ ਪਤਾ ਲੱਗ ਸਕੇ। ਸੋ ਇਸ ਕਰਕੇ ਇਹਨਾਂ ਦਾ ਉਹ ਟਾਰਗੇਟ ਸੀ, ਮਿਹਨਤ ਕੀਤੀ, ਪੂਰੀ ਦੱਬ ਕੇ ਮਿਹਨਤ ਕਰਦੇ ਸੀਗੇ ਕਈ ਘੰਟੇ। ਸੋ ਉਸ ਕਰਕੇ ਜਿਹੜੀ ਹੈਗੀ ਇਹ ਪਰਫੈਕਟ ਜਿਹੜੇ ਨੇ ਉਹ ਮਾਸਟਰ ਬਣੇ ਨੇ। ਫਿਰ ਅਗਲੀ ਗੱਲ ਇਹ ਹੈ ਵੀ ਜਿਹੜੀ ਮੈਂ ਗੱਲ ਦੱਸਦਾ ਕਿ ਇਹਨਾਂ ਦੀ ਜਿਹੜੀ ਸੋਚ ਸੀ ਨਾ ਉਹ ਬੜੀ ਜ਼ਬਰਦਸਤ ਸੀ। ਲਾ ਆਫ ਗਿਵਿੰਗ ਇਹਨਾਂ ਨੇ ਦਿੱਤਾ। ਲਾ ਆਫ ਗਿਵਿੰਗ ਦਾ ਕੀ ਮਤਲਬ ਹੈ ਕਿ ਅਸੀਂ ਜਦੋਂ ਕਿਸੇ ਨਾਲ ਡੀਲ ਕਰਦੇ ਹਾਂ ਤਾਂ ਉਹਦਾ ਖਿਆਲ ਰੱਖਿਆ ਜਾਵੇ, ਨੁਕਸਾਨ ਨਾ ਕੀਤਾ, ਇਹ ਜਿਹਾ ਨਾ ਉਹਦੇ ਨਾਲ ਡੀਲ ਕਰੋ ਕਿ ਅਗਲੇ ਦਾ ਨੁਕਸਾਨ ਹੋ ਜੇ ਪਰ ਮੇਰਾ ਕੋਈ ਨਾ ਹੋਵੇ। ਤੁਸੀਂ ਉਲਟ ਕਰੋ ਕਿ ਮੇਰਾ ਭਾਵੇਂ ਥੋੜਾ ਮੋਟਾ ਨੁਕਸਾਨ ਹੋ ਜੇ ਪਰ ਇਹਦੇ ਨਾਲ ਕਿਉਂਕਿ ਮੈਂ ਡੀਲ ਕਰ ਰਿਹਾ ਇਹਦਾ ਨੁਕਸਾਨ ਨਾ ਹੋਵੇ। ਕਹਿੰਦੇ ਨੇ ਉਹ ਜਿਹੜੇ ਮੈਂ ਰਾਜਸਥਾਨ ਦੇ ਵਿੱਚ ਅਜੀਤ ਸਿੰਘ ਜਿਨ੍ਹਾਂ ਨੇ ਨਾਮ ਵਿਵੇਕਾਨੰਦ ਰੱਖਿਆ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ ਸ਼ਿਕਾਗੋ ਦੇ ਵਿੱਚ ਵਰਲਡ ਰਿਲੀਜਨ ਕਾਨਫਰੰਸ ਹੋ ਰਹੀ ਹੈ। ਸਾਰੀ ਦੁਨੀਆ ਦੇ ਜਿੰਨੇ ਵੀ ਵੱਡੇ ਵੱਡੇ ਧਰਮ ਨੇ, ਚਾਹੇ ਉਹ ਕ੍ਰਿਸਚੈਨਿਟੀ ਹੈ, ਬੁੱਧਿਜ਼ਮ ਹੈ, ਜੈਨਿਜ਼ਮ ਹੈ, ਸਿੱਖਿਜ਼ਮ ਹੈ, ਯੂਡਾਇਜ਼ਮ ਹੈ, ਟਾਓਇਜ਼ਮ ਹੈ, ਉਹਨਾਂ ਦਾ ਇੱਕ ਰਿਪਰੈਜ਼ੈਂਟੇਟਿਵ ਜਾ ਕੇ ਆਪਣੇ ਧਰਮਾਂ ਦੇ ਬਾਰੇ ਦੱਸੂਗਾ ਵੀ ਉਹ ਧਰਮ ਦੇ ਵਿੱਚ ਕੀ ਚੀਜ਼ ਹੈ, ਪਰਮਾਤਮਾ ਨਾਲ ਕਿਵੇਂ ਮਿਲਣਾ। ਸੋ ਇਹਨਾਂ ਨੇ ਕਿਹਾ ਵੀ ਤੂੰ ਕਿਉਂਕਿ ਬਹੁਤ ਇੰਟੈਲੀਜੈਂਟ ਹੈ, ਵਾਈ ਸ਼ੁਡ ਨਾਟ ਯੂ ਅਟੈਂਡ ਦੈਟ ਕਾਨਫਰੰਸ। ਸੋ ਉਹਨਾਂ ਨੇ ਇਹਨਾਂ ਦੇ ਪੈਸੇ ਟਕੇ ਦਾ, ਯਾਤਰਾ ਦਾ ਇੰਤਜ਼ਾਮ ਕੀਤਾ ਸੀਗਾ ਰਾਜਾ ਅਜੀਤ ਸਿੰਘ ਨੇ। ਸੋ ਜਦੋਂ ਹੋਇਆ ਇਹ ਕਹਿੰਦੇ ਠੀਕ ਹੈ, ਇਹ ਇਸ ਕਰਕੇ ਜਾਂਦੇ ਸੀ। ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਅੰਗਰੇਜ਼ੀ ਦੇ ਬਹੁਤ ਖਿਲਾਫ ਸੀਗੇ, ਇਹ ਅੰਗਰੇਜ਼ੀ ਨਹੀਂ ਸਿੱਖਣਾ ਚਾਹੁੰਦੇ ਸੀ, ਪਰ ਫਿਰ ਇਹਨਾਂ ਨੂੰ ਮਹਿਸੂਸ ਹੋਇਆ ਵੀ ਜਿਹੜੀ ਇੰਗਲਿਸ਼ ਹੈ ਇਟਸ ਏ ਲੈਂਗੁਏਜ, ਇਟਸ ਏ ਮੀਡੀਅਮ ਟੂ ਅੰਡਰਸਟੈਂਡ ਦਾ ਕਮਿਊਨੀਕੇਸ਼ਨ। ਦੋ ਚੀਜ਼ਾਂ ਨੂੰ ਹੈ, ਇਹਦਾ ਮਤਲਬ ਇਹ ਨਹੀਂ ਵੀ ਜੇ ਇੰਗਲਿਸ਼ ਆਉਂਦੀ ਤਾਂ ਬਹੁਤ ਇੰਟੈਲੀਜੈਂਟ ਚੰਗਾ ਬੰਦਾ ਹੋਊਗਾ। ਚੰਗਾ ਬੰਦਾ ਜਾਂ ਇੰਟੈਲੀਜੈਂਟ ਸਾਡੇ ਕਰਮਾਂ ਕਰਕੇ ਹੁੰਦਾ, ਸਾਡੀ ਸੋਚ ਕਰਕੇ ਹੁੰਦਾ, ਭਾਸ਼ਾ ਕਰਕੇ ਨਹੀਂ। ਇਸ ਕਰਕੇ ਇਹਨਾਂ ਨੇ ਇੰਗਲਿਸ਼ ਸਿੱਖੀ ਔਰ ਇੰਗਲਿਸ਼ ਦੇ ਵਿੱਚ ਇੰਨੀ ਜਿਹੜੀ ਸੀ ਨਾ ਇਨਫਲੂਐਂਸ ਜਿਹੜੀ ਬੋਲਦੇ ਸੀਗੇ, ਬੜੀ ਦੇਖਣ ਵਾਲੀ ਸੀ, ਗੋਰੇ ਗੋਰੇ ਵੀ ਫੇਲ ਹੋ ਜਾਂਦੇ ਸੀ, ਇੰਨੀ ਵਧੀਆ ਇਹਨਾਂ ਦੀ ਇੰਗਲਿਸ਼ ਦੀ ਕਮਾਂਡ ਸੀਗੀ। ਸੋ ਇਹਨਾਂ ਨੂੰ ਜਦੋਂ ਅਜੀਤ ਸਿੰਘ ਜੀ ਨੇ ਕਿਹਾ ਵੀ ਤੇਰਾ ਅਸੀਂ ਸਾਰਾ ਪ੍ਰਬੰਧ ਕਰ ਦਿੰਦੇ ਹਾਂ, ਸ਼ਿਕਾਗੋ ਹੈਗਾ, ਤੂੰ ਜਾ, ਹੀ ਇਜ਼ ਰੈਡੀ ਟੂ ਗੋ। ਸੋ ਪਰ ਅਚਾਨਕ ਦਿਮਾਗ 'ਚ ਆਇਆ ਕਿ ਜਿਹੜੇ ਮੇਰੇ ਗੁਰੂ ਨੇ ਰਾਮਕ੍ਰਿਸ਼ਨ ਪਰਮਹੰਸ, ਕਿਉਂਕਿ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ, ਸੋ ਇਹ ਉਹਨਾਂ ਦੀ ਵਾਈਫ ਕੋਲੇ ਗਏ ਜਿਹਦਾ ਨਾਮ ਮਾਂ ਸ਼ਾਰਦਾ ਸੀ, ਬੜੀ ਉਹ ਵੀ ਪਹੁੰਚੀ, ਬੜੀ ਕਮਾਈ ਕਰਦੇ ਸੀ। ਜਦੋਂ ਮਾਂ ਸ਼ਾਰਦਾ ਕੋਲੇ ਆਗਿਆ ਲੈਣ ਗਏ, ਕਿਉਂਕਿ ਗੱਦੀ ਦੇ ਰਾਮਕ੍ਰਿਸ਼ਨ ਤੋਂ ਬਾਅਦ ਇਹ ਵਾਲੀ ਵਾਰਸ ਬਣ ਗਏ, ਇਹਨਾਂ ਨੂੰ ਸੰਭਾਲਤਾ ਵੀ ਤੂੰ ਮੇਰੀ ਟੀਚਿੰਗ ਦਾ ਪ੍ਰਚਾਰ ਕਰਨਾ, ਸਿੱਖਿਆ ਦਾ ਪ੍ਰਚਾਰ ਕਰਨਾ। ਸੋ ਇਹ ਮਾਂ ਸ਼ਾਰਦਾ ਦੇ ਕੋਲੇ ਗਏ। ਜਦੋਂ ਇਹ ਅੰਦਰ ਗਏ ਤਾਂ ਮਾਂ ਸ਼ਾਰਦਾ ਕਿਚਨ ਦੇ ਵਿੱਚ ਸਬਜ਼ੀ ਪਈ ਸੀ, ਸਬਜ਼ੀ ਦੇ ਕੋਲੇ ਖੜੀ ਸੀ। ਇਹਨਾਂ ਨੇ ਜਾ ਕੇ ਨਮਸਕਾਰ ਕੀਤੀ। ਇਹਨਾਂ ਨੇ ਕਿਹਾ ਹਾਂ ਬੇਟੇ ਕਿਸ ਤਰ੍ਹਾਂ ਆਏ ਨਾਰੀਨ? ਉਹ ਕਹਿੰਦੇ ਜੀ ਮੈਂ ਸ਼ਿਕਾਗੋ ਜਾਣਾ, ਵਰਲਡ ਕਾਨਫਰੰਸ ਹੈ ਤੇ ਮੈਂ ਤੁਹਾਡੀ ਆਗਿਆ ਲੈਣਾ ਹੈ ਤਾਂ ਕਿ ਆਪਣੇ ਹਿੰਦੁਸਤਾਨ ਦੀ ਫਿਲਾਸਫੀ ਨੂੰ ਵੀ ਦੁਨੀਆ ਦੇ ਵਿੱਚ ਦੱਸਿਆ ਜਾ ਸਕੇ। ਜਦੋਂ ਇਹਨਾਂ ਨੇ ਕਿਹਾ ਮੈਂ ਤੁਹਾਡੀ ਆਗਿਆ ਲੈਣ ਆਇਆ ਤਾਂ ਮਾਂ ਸ਼ਾਰਦਾ ਕਹਿੰਦੀ ਨਰੇਨ ਮੈਨੂੰ ਜਿਹੜਾ ਕਿ ਨਾਈਫ ਤਾਂ ਫੜਾਈ, ਚਾਕੂ ਤਾਂ ਫੜਾਈ। ਉਹਨਾਂ ਨੇ ਚਾਕੂ ਚੱਕਿਆ, ਚਾਕੂ ਚੱਕ ਕੇ ਜਦੋਂ ਮਾਤਾ ਨੂੰ ਫੜਾਇਆ, ਮਾਂ ਸ਼ਾਰਦਾ ਨੇ ਇਹਨਾਂ ਕੰਨੀ ਧਿਆਨ ਨਹੀਂ ਦਿੱਤਾ। ਕਹਿੰਦੇ ਬੇਟਾ ਤੂੰ ਜਾ ਸਕਦਾ, ਮੇਰਾ ਆਸ਼ੀਰਵਾਦ ਤੇਰੇ ਨਾਲ ਹੈ। ਵਿਵੇਕਾਨੰਦ ਜੀ ਹੈਰਾਨ ਹੋ ਗਏ ਵੀ ਚਾਕੂ ਦਾ ਆਸ਼ੀਰਵਾਦ ਦੇ ਨਾਲ, ਆਗਿਆ ਨਾਲ ਕੀ ਸੰਬੰਧ ਹੈ। ਉਹਨਾਂ ਨੇ ਮਾਤਾ ਜੀ ਨੂੰ ਪੁੱਛਿਆ ਵੀ ਮਾਤਾ ਜੀ ਮੈਂ ਗੱਲ ਤੁਹਾਡੀ ਸਮਝਿਆ ਨਹੀਂ, ਵੀ ਚਾਕੂ ਫੜ ਕੇ ਤੁਸੀਂ ਕਿਹਾ ਜਾ ਮੇਰਾ ਆਸ਼ੀਰਵਾਦ ਤੇਰੇ ਨਾਲ, ਮਤਲਬ ਕੀ ਆ? ਕਹਿੰਦੇ ਬੇਟਾ ਜਿੰਨੇ ਵੀ ਦੁਨੀਆ 'ਚ ਲੋਕ ਨੇ, ਮੈਜੋਰਟੀ ਜਿਹੜੇ ਲੋਕ ਨੇ, ਜਦੋਂ ਉਹਨਾਂ ਨੂੰ ਚਾਕੂ ਪੁੱਛੋ ਤਾਂ ਜਿਹੜਾ ਤਿੱਖਾ ਪਾਸਾ ਹੁੰਦਾ ਨਾ ਉਹ ਅਗਲੇ ਨੂੰ ਕਰਦੇ ਨੇ ਤੇ ਲੱਕੜ ਵਾਲਾ ਪਾਸਾ ਜਾਂ ਪਲਾਸਟਿਕ ਵਾਲਾ ਪਾਸਾ ਆਪਣੇ ਪਾਸ ਰੱਖਦੇ ਨੇ। ਪਰ ਤਾਂ ਕਿਉਂਕਿ ਉਹਦੇ ਨਾਲ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਆ, ਕਿਉਂਕਿ ਮੇਰੇ ਕੋਲ ਲੱਕੜ ਦਾ ਹੱਥ ਫੜਿਆ, ਜੇ ਆਲੇ ਲੱਗੂਗੀ ਵੀ ਤਾਂ ਉਹਦਾ ਤਿੱਖਾ ਪਾਸਾ ਲੱਗੂਗਾ। ਪਰ ਤੈਨੇ ਉਲਟ ਕੀਤਾ, ਤਿੱਖਾ ਪਾਸਾ ਆਪਣੇ ਹੱਥ 'ਚ ਫੜਿਆ, ਲੱਕੜ ਵਾਲਾ ਪਾਸਾ ਤੂੰ ਮੈਨੂੰ ਦਿੱਤਾ। ਸੋ ਇਹਦਾ ਮਤਲਬ ਤੂੰ ਲੋਕਾਂ ਦਾ ਜਿਹੜੇ ਇੰਟਰਸਟ ਨੇ ਉਹ ਤੂੰ ਦਿਮਾਗ ਦੇ ਵਿੱਚ ਰੱਖਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ। ਇਹਨੂੰ ਲਾ ਆਫ ਗਿਵਿੰਗ ਕਹਿੰਦੇ ਨੇ।
सो इस करके तेन आग्ञा दी जाए। ही वॉज सो इंटैलीजेंट। तुसीं छोटी छोटिया एग्जाम्पलों ने। सो क्योंकि ये तो जे दो तीन दिन लगातार भी आप करी चलिए ना, विवेकानंद दी किताबां पढ़ के मजा आता है। अज तो कोई 50 साल पहला भी पढ़िया सी, उदों डिफरेंट एंगल ना पढ़िया, हुण क्योंकि थोड़ी जी आप भी मेहनत करी दी है, सो फिर पढ़ी दी है, तो फिर अखां चों मजा ही नहीं आता, अखां चों हंझू भी आउंदे ने भी कित्थे किन्ने उच्च कोटि दे लोग इस दुनिया दे विच आके चले गए। मरी तो बथेरे जांदे ने, रोजाना हज़ारां लखां की तादाद च मरदे ने। कौन याद करदा जिन्हां ने चंगा काम किया, अपनी जिंदगी नूं हंडाया। लोग उस वेले नहीं तो बाद दे विच भी अखां दे जो हंझू आउंदे ने, उन्हां दे कम्मां दी कदर पैंदी है। सो उही लाइफ दा जिहड़ा साडा परपज हुंदा है कि असीं इत्थे भी ते बाद दे विच भी लोग सानूं याद कर। फिर तुसीं होर देखो। सो मैं तुहानूं एक सच इंपोर्टेंट गल दसनी है, भुलना जा। आपां 9/11 तो सुनिया ना, दुनिया दे तकरीबन हर बंदे ने 9/11/2001 नहीं सुनिया। याद करो 9/11 नूं जिहड़ा हैगा 11 सितंबर नूं की होया सी। थोड़ा जिहा तुहानूं पॉइंट दिना, अमेरिका के बारे सोचो, नहीं याद आया। न्यूयॉर्क के बारे सोच लो, हाले भी नहीं याद आया। दो वर्ल्ड ट्रेड सेंटर, दो बड़िया बिल्डिंगां जिन्होंने जहाज मार के ढाया सीगा, जॉर्ज बुश, ओसामा बिन लादेन, हुण भी नहीं याद आया। उस दिन 9/11 नूं अमेरिका दे विच जिहड़ियां दो बिल्डिंगां सीगियां जहाज मार के ढाईयां सीगियां, दुनिया दे विच हाहाकार मच गई सी। और मैनूं याद है कि उस दिन मैं किसी हॉस्पिटल दे, मेरे फ्रेंड दा ब्रेन सर्जरी हो रही सी, असीं उत्थे बैठे टीवी ते देख रहे सी। जे उस दिन जो 9/11/2001 है, उस दिन वायलेंस हुई सी, उस दिन अतवाद का जन्म उन्हें पैदा किया। उस वेले बिन लादेन विलेन सीगा। पर दूजे पासे इसे ही दिन सोच के देखो 9/11 शिकागो दे विच वर्ल्ड कॉन्फ्रेंस हुई सी, ते उहदे विच स्वामी विवेकानंद जिन्ने भी बंदे पार्टिसिपेट करने आए सी ना, सारे अपनी किताबां अपना लैक्चर लिख के ले आए सी। अफकोर्स हुंदा, असीं भी जो करते सी सब कुछ लिख के ले जाते सी, पर विवेकानंद कोल है ही नहीं सी कोई कागज पत्तर। सब हैरान सीगे। ते जदों स्टेज ते भी बैठे, कि इन्हां दे ड्रैस बाकी सब दे सूट टाई लाई हुंदी सीगी, इह सिंपल उस चोले नाल बैठे, हां जी, नाल सोटी फड़ी भी, होर फड़ी, ये भी बड़े नर्वस सीगे। ते इन्हां ने कहा मैनूं सब तो अखीर च बुलाइओ। लोग इन्ना नहीं देखते भी ये कितों आ गया बंदा। भी वैसे भी इंडिया नूं उस टाइम थर्ड वर्ल्ड कहते सीगे, भी पछड़े जे लोग ने, इन्हां नूं कित्थे पता, ज्ञान गुन दी एवें खा लैंदे ने, पीरां दे हो जांदे ने, भी आ बंदा भेजता चक के। लोग अंदरों मजाक के तरीके नाल देख रहे सीगे विवेकानंद नूं। ਇਹ ਜਦੋਂ ਉੱਠे ਅਖੀਰ ਦੇ ਵਿੱਚ, ਤਾਂ ਇਹਨਾਂ ਨੇ 5 ਸ਼ਬਦ ਕਹੇ ਸੀ। 5 ਬਹੁਤ ਇੰਪੋਰਟੈਂਟ ਸ਼ਬਦ ਨੇ। ਕਹਿਣ ਤੋਂ ਪਹਿਲਾਂ पसीना आया, झाके भी मैं की बोला की ना बोला। फिर अपने गुरु का ध्यान धरिया, अंदर गुरु का ध्यान धर के मूर्त को कहा भी मैनूं हौसला दे। ते जदों हौसला मिलिया तो इन्होंने 5 शब्द कहे, सिस्टर्स एंड ब्रदर्स ऑफ अमेरिका, सिस्टर्स एंड ब्रदर्स ऑफ अमेरिका। कहते ने हिस्टरी च रिकॉर्ड है, सारे लोग खड़े हो गए, 2 मिनट लगातार कंटिन्यूसली विदाउट एनी ब्रेक ताड़ियां बजी। क्यों? एक शक्ति सी। नाले कोई ना लेडीज एंड जेंटलमैन। उस तो बाद जो इन्होंने लैक्चर दिता, उत्थे सारे बंदे दूसरे दिन अखबारां भर गई भी ये यंग बंदा है, 30 साल की उम्र सी, सिर्फ 30 साल की, 30 ईयर्स ओल्ड। अज आप कहते हैं भी कोई गल नहीं, इंडिया तो 20-20 साल के मुंडे आई जाते हैं। वो भाई साहब मुंडे तां आउंदे ने क्योंकि हुण पता कनेडा च अमेरिका च लखां बंदे इंडियन हो गए। उस वेले इंडियन नहीं सीगा, उस वेले कोई जहाज का साधन सी, उस वेले तुहानूं कोई गुरुद्वारा मंदिर नहीं मिलता सीगा भी जाके चल उत्थे ठहर जांगे। जदों तुसीं उहनूं तुहाडा कोई रिश्तेदार एजेंट लैके आउंदा, इन्हां दा कोई एजेंट नहीं सीगा, कुछ नहीं सीगा, कल्ले चल के आए क्योंकि हौसला सी। आए भी किवें? वैंकूवर शिप दे विच आए, बॉम्बे तो शिप लिया, वैंकूवर आए, वैंकूवर तो ट्रेन लई, शिकागो आए, शिकागो आके पता लग्या भी तां कॉन्फ्रेंस सितंबर च होनी है, 1.5 महीना। तो फिर देख लो भी की होया, वापस फिर इन्होंने गुरु जी ने दसिया भी बोस्टन च कोई प्रोफैसर है, हार्वर्ड यूनीवर्सिटी उत्थे गए, गलबात की, तो वो प्रोफैसर ने भी इन्ना वधिया इन्हां दे बारे लिखिया। कहता जिस तरह जे हुण तैनूं पुछां भी तूं किन्ना पढ़िया लिखिया, मेरा पुछण का कोई मतलब नहीं है। जे मैं सूरज नूं पुछां तूं किन्ना चमकदा है, तूं तां बिल्कुल उस तरह है। सो इस तरह ये हार्वर्ड यूनीवर्सिटी दे विच, सॉरी शिकागो दे विच जदों इन्हां ने लैक्चर दिता, तो सारे अखबार भर गए,
ਵੀ ਐਡਾ ਵਧੀਆ ਮਹਾਨ ਬੰਦਾ ਹੈ, ਕਿਉਂਕਿ ਸਾਰੇ ਬੰਦੇ ਆਪਣਾ, ਜੇ ਕੋਈ ਜੈਨ ਧਰਮ, ਉਹ ਜੈਨ ਧਰਮ ਕਹਿੰਦਾ ਸੀ ਵਧੀਆ ਹੈ, ਹਿੰਦੂ ਤਾਂ ਜਿਹੜੇ ਕੋਈ ਬੁੱਧ ਧਰਮ ਸੀ ਉਹ ਬੁੱਧ ਧਰਮ, ਕ੍ਰਿਸਚੈਨਿਟੀ ਵਾਲੇ ਆਪਣੇ ਇਹ ਕਹਿੰਦੇ ਨਹੀਂ, ਸਾਰੇ ਧਰਮ ਵਧੀਆ ਨੇ, ਸਾਨੂੰ ਹਰ ਧਰਮ ਦੇ ਵਿੱਚ ਪਰਮਾਤਮਾ ਦੀ ਖੋਜ ਕਰਨੀ ਚਾਹੀਦੀ ਹੈ। ਜਦੋਂ ਅਸੀਂ ਸਪਿਰਚੁਅਲਿਟੀ ਨੂੰ ਦੇਖਦੇ ਹਾਂ ਤਾਂ ਸਾਰੇ ਧਰਮਾਂ ਦੇ ਵਿੱਚ ਇੱਕ ਹੈ। ਹਾਂ, ਉਹਨਾਂ ਦੇ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ, ਉਹਨਾਂ ਦੀਆਂ ਐਗਜ਼ਾਮਪਲ ਡਿਫਰੈਂਟ ਹੋ ਸਕਦੀਆਂ। ਕਹਿੰਦੇ ਜਿਸ ਤਰ੍ਹਾਂ ਇੱਕ ਘਰ ਦੇ ਵਿੱਚ ਜਾਈਏ, 4 ਦਰਵਾਜ਼ੇ 5 ਦਰਵਾਜ਼ੇ, ਹੁਣ ਤੁਸੀਂ ਕਿਸੇ ਦਰਵਾਜ਼ੇ ਤੇ ਚਲੇ ਜਾਓ, ਅਖੀਰ ਦੇ ਵਿੱਚ ਤੁਸੀਂ ਅੰਦਰ ਚਲੇ ਜਾਓਗੇ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਧਰਮ ਨੇ ਉਹ ਸਾਰੇ ਹੀ ਰਿਸਪੈਕਟਫੁਲ ਨੇ। ਸਾਨੂੰ ਦੂਜੇ ਧਰਮ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੋ ਸਾਨੂੰ ਦੂਜੇ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਆਪਣੇ ਧਰਮ ਦੀ ਇੱਜ਼ਤ ਕਰਵਾਉਣੀ ਚਾਹੀਦੀ ਹੈ। ਸੋ ਇਸ ਕਰਕੇ ਲੋਕ ਇੰਨਾ ਇੰਪ੍ਰੈਸ ਹੋਏ ਵੀ ਇਹਦਾ ਕ੍ਰਿਟੀਸਾਈਜ਼ ਹੀ ਨਹੀਂ ਕਰਦੇ ਕਿਸੇ ਨੂੰ। ਸੋ ਇਸ ਕਰਕੇ ਜਿਹੜੀ ਸ਼ਿਕਾਗੋ ਦੀ ਇਹਨਾਂ ਦੀ ਗੱਲ ਸੀਗੀ 9/11 ਦੇ ਉੱਤੇ, ਉਹ 1893 30 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਲੈਕਚਰ ਦਿੱਤਾ ਸੀ। ਫਿਰ ਇਹਨਾਂ ਦੀਆਂ ਗੱਲਾਂ ਬੜੀਆਂ ਨੇ ਮਜ਼ੇਦਾਰ। ਜਦੋਂ ਕਹਿੰਦੇ ਸ਼ਿਕਾਗੋ ਆਏ ਤਾਂ ਇਹਨਾਂ ਨੂੰ ਕਿਸੇ ਨੂੰ ਉੱਥੇ ਪਤਾ ਸੀਗਾ ਵੀ ਸ਼ਿਕਾਗੋ ਆ ਰਹੇ ਨੇ, ਕਿ ਇੰਡੀਅਨ ਤੋਂ ਮੌਂਕ ਆ ਰਹੇ ਹੈ, ਭਗਵੇਂ ਕੱਪੜੇ ਪਾਏ ਨੇ, ਚਿੱਠੀ ਦੇ ਵਿੱਚ ਲਿਖਿਆ ਸੀਗਾ। ਤਾਂ ਕੁਝ ਬੰਦੇ, 2-4 ਬੰਦੇ ਇਹਨਾਂ ਨੂੰ ਲੈਣ ਗਏ। ਜਦੋਂ ਸਟੇਸ਼ਨ ਤੋਂ ਇਹ ਬਾਹਰ ਆਏ ਸ਼ਿਕਾਗੋ ਤੋਂ, ਤਾਂ ਕਹਿੰਦੇ ਹੈਲੋ, ਹਾਊ ਆਰ ਯੂ। ਤੇ ਵਿਵੇਕਾਨੰਦ ਜੀ ਨੇ ਹੱਥ ਦੋਨੇ ਜੋੜੇ, ਕਹਿੰਦੇ ਨਮਸਤੇ, ਕੈਸੇ ਹੋ ਆਪ, ਮੈਂ ਠੀਕ ਹੂੰ। ਉਹ ਬੰਦੇ ਕਹਿੰਦੇ ਵੀ ਲੈ, ਇਹ ਸ਼ਿਕਾਗੋ ਲੈਕਚਰ ਦੇਣ ਆਦਾ, ਇਹਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ। ਫਿਰ ਉਹਨਾਂ ਚੋਂ ਮਾੜੀ ਜੀ ਜਿਹਨੂੰ ਕਿਸੇ ਮੇਰੇ ਵਰਗੇ ਟੁੱਟੀ ਫੁੱਟੀ ਅੰਗਰੇਜ਼ੀ ਆਉਂਦੀ ਸੀਗੀ, ਪੰਜਾਬੀ ਆਉਂਦੀ ਸੀਗੀ, ਹਿੰਦੀ ਆਉਂਦੀ ਸੀਗੀ, ਉਹ ਕਹਿੰਦੇ ਸਵਾਮੀ ਜੀ ਨਮਸਕਾਰ, ਆਪ ਕੈਸੇ ਹੋ। ਤਾਂ ਸਵਾਮੀ ਜੀ ਨੇ ਕਿਹਾ ਹੱਥ ਜੋੜ ਕੇ, ਫਿਰ ਆਮ ਫਾਈਨ ਥੈਂਕ ਯੂ, ਹਾਊ ਅਬਾਊਟ ਯੂ। ਉਹ ਸਾਰੇ ਹੈਰਾਨ ਹੋ ਗਏ। ਕਿਸੇ ਨੇ ਪੁੱਛਿਆ ਵੀ ਸਵਾਮੀ ਜੀ, ਜਦੋਂ ਤੁਹਾਨੂੰ ਅਸੀਂ ਹਿੰਦੀ 'ਚ ਪੁੱਛਿਆ ਤੁਸੀਂ ਅੰਗਰੇਜ਼ੀ 'ਚ ਜਵਾਬ ਦਿੱਤਾ, ਤੇ ਜਦੋਂ ਅਸੀਂ ਅੰਗਰੇਜ਼ੀ 'ਚ ਪੁੱਛਿਆ ਤੁਸੀਂ ਬੜੇ ਵਧੀਆ ਹਿੰਦੀ ਜਵਾਬ ਦਿੱਤਾ, ਇਹ ਸਾਨੂੰ मतलब नहीं समझ आया। वो कहते भाई साहब बात ऐसे है, लैंग्वेज हर आदमी की मदर होती है। जब आपने अपनी मदर की रिस्पेक्ट की, कि आपने इंग्लिश में बोला, जब आपने अपनी मदर की रिस्पेक्ट की तो मैंने अपने मदर की रिस्पेक्ट की, मैंने हिंदी में बोला। जब आपने मेरी मदर की रिस्पेक्ट की, जब आपने हिंदी में बोला, तब मैंने आपकी माता की, आपकी मदर की, आपकी मदर लैंग्वेज की रिस्पेक्ट की, मैंने इंग्लिश में बोला। सो ये ही वाज सो इंटैलीजेंट। कहते ने किताब का पहला सफर ते अखीरला सफा पढ़ के बाकी पढ़ने की लोड़ नहीं सी, हाथ नाल टच करके इंट्यूशन हो जाती सी। वो कहते जो मर्जी पूछ लो। सो इस करके एक्सट्राऑर्डिनरी जिहड़े सीगे ਇਹ ਪਰਸਨੈਲਿਟੀ ਹੋਈ ਹੈ, ਛੋਟੀ ਜਿਹੀ ਉਮਰ 'ਚ ਇਸ ਕਰਕੇ ਚਲੇ ਗਏ, ਬਹੁਤ ਦੁੱਖ ਲੱਗਦਾ। ਕਹਿੰਦੇ ਜਦੋਂ ਸ਼ਿਕਾਗੋ ਤੋਂ ਇਹਨਾਂ ਦਾ ਕਾਨਫਰੰਸ ਖਤਮ ਹੋਈ, ਸਾਰੇ ਥਾਂ ਤੇ ਜੈ ਜੈਕਾਰ ਹੋ ਗਈ। 2 ਸਾਲ ਇਹ ਤਕਰੀਬਨ ਸ਼ਿਕਾਗੋ 'ਚ ਰਹੇ, ਲੈਕਚਰ ਵੱਖ-ਵੱਖ ਥਾਵਾਂ ਤੇ ਦਿੰਦੇ ਸੀ। ਇਹ ਨਿਊਯਾਰਕ ਵੀ ਗਏ, ਇਹ ਓਹਾਇਓ ਵੀ, ਉੱਥੇ ਡਿਫਰੈਂਟ ਸਟੇਟਸ ਗਏ, ਹੁਣ ਮੈਨੂੰ ਯਾਦ ਨਹੀਂ, ਕੈਂਬਰਿਜ ਵੀ ਗਏ, ਸ਼੍ਰੀਲੰਕਾ ਵੀ ਗਏ ਨੇ, ਇੰਗਲੈਂਡ 'ਚ ਵੀ ਗਏ ਨੇ। ਉੱਥੇ ਲੈਕਚਰ ਦੇ ਕੇ ਇਹ ਪੈਸੇ ਇਕੱਠੇ ਕਰਕੇ ਗਰੀਬਾਂ ਦੇ ਲਈ ਇਕੱਠੇ ਕਰਦੇ ਸੀ ਪੈਸੇ। ਸੋ ਕਹਿੰਦੇ ਨੇ ਕਿ ਜਦੋਂ ਸ਼ਿਕਾਗੋ ਦੀ ਕਾਨਫਰੰਸ ਖਤਮ ਹੋਈ, ਉੱਥੇ ਕੋਈ ਸ਼ਿਕਾਗੋ ਕਾਨਫਰੰਸ ਦੇ ਵਿੱਚ ਕੋਈ ਲੇਡੀ ਬੈਠੀ ਸੀਗੀ, ਸ਼ੀ ਵਾਜ਼ ਰੀਅਲੀ ਇੰਪ੍ਰੈਸਡ। ਦੂਜੇ ਦਿਨ ਉਹ ਸਵਾਮੀ ਜੀ ਨੂੰ ਮਿਲੀ ਤੇ ਸਵਾਮੀ ਜੀ ਨੂੰ ਕਹਿੰਦੀ, ਸਵਾਮੀ ਆਈ ਵਾਂਟ ਟੂ ਮੈਰੀ ਵਿਦ ਯੂ, ਮੈਂ ਤੇਰੇ ਨਾਲ ਸ਼ਾਦੀ ਕਰਨੀ, ਬਿਕਾਜ਼ ਯੂ ਆਰ ਸੋ ਇੰਪ੍ਰੈਸਿਵ, you are so brilliant, you are so intelligent, I heard your lecture yesterday, I couldn't sleep and I want to marry with you। ਸਵਾਮੀ ਜੀ ਕਹਿੰਦੇ हाउ इट पॉसिबल, आम सन्यासी, मैं ब्रह्मचारी हूं। वो कहती वाई यू वांट टू मैरी, स्वामी जी कहते वाई यू वांट टू मैरी मी। वो कहती मैं चाहनी हां भी जिहड़ा अपना पुत्र होवे, सन होवे, ਉਹ ਤੁਹਾਡੇ ਵਰਗਾ ਇੰਟੈਲੀਜੈਂਟ ਹੋਵੇ, ਉਹ ਵੀ ਦੁਨੀਆ ਦੇ ਵਿੱਚ ਉਹਦਾ ਨਾਂ ਹੋਵੇ ਵੀ ਵਾਕਈ ਕੋਈ ਚੀਜ਼ ਐਕਸਟਰਾਆਰਡੀਨਰੀ ਹੈ। ਜਦੋਂ ਨੇ ਕਿਹਾ ਮੈਂ ਪੁੱਤਰ ਚਾਹੁੰਦੀ ਹਾਂ, ਵੀ ਪੁੱਤਰ ਤਾਂ ਹੀ ਪੋਸੀਬਲ ਹੈ, ਇਹ ਫਸਟ ਹਸਬੈਂਡ ਕਹਿੰਦੀ ਇਹ ਪੋਸੀਬਲ ਤਾਂ ਹੀ ਹੋਊਗਾ ਜੇ ਤੂੰ ਮੇਰੇ ਨਾਲ ਸ਼ਾਦੀ ਕਰੇ। ਸਵਾਮੀ ਜੀ ਕਹਿੰਦੇ ਵੀ ਹੈਵ ਅਨਦਰ ਅਲਟਰਨੇਟਿਵ। ਉਹ ਹੈਰਾਨ ਹੋ ਗਈ ਵੀ ਇਹਦਾ ਕੋਈ ਹੋਰ ਢੰਗ ਵੀ ਹੈ। ਉਹ ਹੈਰਾਨ ਹੋ ਗਈ, ਕਹਿੰਦੀ ਕੀ? ਕਹਿੰਦੇ ਤੂੰ ਮੈਨੂੰ ਆਪਣਾ ਪੁੱਤਰ ਬਣਾ ਲੈ, ਮੈਂ ਤੇਰਾ ਪੁੱਤ ਬਣ ਜਾਣਾ, ਤੈਨੂੰ ਪੁੱਤ ਮਿਲ ਜੂਗਾ, ਮੈਨੂੰ ਮੇਰੀ ਮਾਂ ਮਿਲ ਜੂਗੀ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਜਨਾਨੀ ਫੁੱਟ ਫੁੱਟ ਕੇ ਰੋਣ ਲੱਗ ਪਈ, ਪੈਰਾਂ 'ਚ ਡਿੱਗ ਪਈ, ਕਹਿੰਦੀ ਤੁਸੀਂ ਤਾਂ ਸਾਖਸ਼ਾਤ ਪਰਮਾਤਮਾ ਦੇ ਰੂਪ ਹੋ। ਬੰਦਾ ਐਕਸ਼ਨ ਨਾਲ, ਬੰਦਾ ਕੰਮਾਂ ਦੇ ਨਾਲ ਪਤਾ ਲੱਗਦਾ ਹੈ। ਜਦੋਂ ਉਹ ਸੋਚਦੀ ਸੀ ਵਿਆਹ ਕਰਾ ਲੂ, ਪਰ ਸਵਾਮੀ ਨੇ ਕਿਹਾ ਮੈਨੂੰ ਤੂੰ ਪੁੱਤ ਬਣਾ ਲੈ, ਪੁੱਤ ਬਣਾ ਕੇ ਤੈਨੂੰ ਹਮੇਸ਼ਾ ਵਰਗਾ ਕਿ ਮੈਂ ਹੀ ਮਿਲ ਜੂਗਾ ਤੈਨੂੰ, ਔਰ ਮੈਨੂੰ ਤੇਰੀ ਮਾਂ ਮਿਲ ਜੂਗੀ। ਉਹ ਪੈਰਾਂ 'ਚ ਡਿੱਗ ਪਈ, ਕਹਿੰਦੇ ਤੁਸੀਂ ਤਾਂ ਸਾਖਸ਼ਾਤ ਪਰਮਾਤਮਾ ਦੇ ਰੂਪ ਹੋ। ਸੋ ਇਸੇ ਤਰ੍ਹਾਂ ਹੀ ਜਦੋਂ ਇੰਟਰਵਿਊ ਹੋਈ
ਸ਼ਿਕਾਗੋ ਤੋਂ ਲੋਕਾਂ ਨੇ, ਪ੍ਰੈਸ ਰਿਪੋਰਟਰਸ ਨੇ ਘੇਰਿਆ ਇਹਨਾਂ ਨੂੰ। ਉਹ ਕਹਿੰਦੇ ਵੀ ਵੀ ਹਰਡ ਦੈਟ ਯੂ ਹੈਵ ਸੋ ਮੈਨੀ ਰੀਵਰਸ ਇਨ ਇੰਡੀਆ, ਵੀ ਗੰਗਾ ਜਮਨਾ ਕਿੰਨੀਆਂ ਨਦੀਆਂ ਨੇ ਤੁਹਾਡੀਆਂ, ਤੇ ਉਹਨਾਂ ਦਾ ਪਾਣੀ ਸਾਰਿਆਂ ਦਾ ਪਵਿੱਤਰ ਕਿਹੜਾ ਹੈ, ਪਾਣੀ ਪਿਓਰ ਕਿਹੜਾ ਹੈ? ਸਵਾਮੀ ਜੀ ਕਹਿੰਦੇ ਜਮਨਾ ਦਾ। ਕਹਿੰਦੇ ਜਮਨਾ, ਵੀ ਹਰਡ ਦੈਟ ਦ ਗੰਗਾ's ਵਾਟਰ ਇਜ਼ ਦ ਪਿਓਰੈਸਟ ਇਨ ਇੰਡੀਆ। ਉਹ ਕਹਿੰਦੇ, ਗੋਰੇ ਕਹਿੰਦੇ ਵੀ ਸਾਨੇ ਤਾਂ ਇਹ ਸੁਣਿਆ ਵੀ ਜਿਹੜਾ ਗੰਗਾ ਹੈ ਉਹਦਾ ਪਾਣੀ ਸਭ ਤੋਂ ਪਿਓਰ ਹੈ। ਤੇ ਸਵਾਮੀ ਜੀ ਦਾ ਪਤਾ ਕੀ ਉੱਤਰ ਸੀ? ਕਹਿੰਦੇ ਗੰਗਾ ਇਜ਼ ਨਾਟ, ਕਹਿੰਦੇ ਗੰਗਾ ਨਦੀ ਨਹੀਂ ਹੈ, ਗੰਗਾ ਇਜ਼ ਆਵਰ ਮਦਰ, ਗੰਗਾ ਸਾਡੀ ਮਾਂ ਹੈ, ਤੇ ਉਹਦਾ ਨੀਰ ਪਾਣੀ ਨਹੀਂ ਹੈ, ਉਹਦਾ ਨੀਰ ਸਾਡਾ ਅੰਮ੍ਰਿਤ ਹੈ। ਸੋ ਹੀ ਵਾਸ ਸੋ ਡਿਵੋਟਡ, ਐਵਰੀਬਾਡੀ ਵਾਸ ਇੰਪ੍ਰੈਸਡ। ਜਵਾਬ ਹੀ ਇਸ ਤਰ੍ਹਾਂ ਦੇ ਹੁੰਦੇ ਸੀ, ਇੰਟੈਲੀਜੈਂਟ ਵੀ ਸੀਗੇ ਔਰ ਪ੍ਰੈਕਟੀਕਲ ਵੀ ਗੱਲ ਕਰਦੇ ਸੀਗੇ। ਸੋ ਕਹਿੰਦੇ ਨੇ ਇੱਕ ਵਾਰੀ ਇਹ ਟ੍ਰੇਨ ਦੇ ਵਿੱਚ ਜਾ ਰਹੇ ਸੀਗੇ, ਟ੍ਰੇਨ 'ਚ ਜਾਂਦੇ ਉੱਥੇ ਕੋਈ ਕਪਲ ਜਿਹੜਾ ਹੈਗਾ ਹਸਬੈਂਡ ਵਾਈਫ ਗੋਰੇ ਮਿਲ ਗਏ, ਤੇ ਇਹਨਾਂ ਦਾ ਚੋਲਾ ਪਾਇਆ ਸੀਗਾ ਤੇ ਪੱਗ ਬੰਨੀ ਸੀ, ਸੋਟੀ ਹੱਥ 'ਚ ਫੜੀ ਸੀਗੀ। ਸੋ ਪ੍ਰੈਜੂਡਿਸ ਵੀ ਬਹੁਤ ਹੁੰਦੇ ਨੇ। ਜਦੋਂ ਅਸੀਂ ਵੀ 87 'ਚ ਕੈਨੇਡਾ 'ਚ ਆਏ ਸੀ, ਸਾਨੂੰ ਵੀ ਲੋਕ ਪਿੱਛੋਂ, ਹੁਣ ਤੱਕ ਕਿਉਂਕਿ ਮੈਜੋਰਟੀ ਹੋ ਗਈ, ਡਰਦੇ ਨੇ ਲੋਕ ਉਲਟ, ਉਸ ਵੇਲੇ ਤਾਂ ਸਾਨੂੰ ਵੀ ਲੋਕ ਪਿੱਛੋਂ ਪਾਕੀ 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 ਕਹਿੰਦੇ ਸੀ, ਜੋ ਮਰਜ਼ੀ ਹੁੰਦਾ ਸੀ ਬੋਲ ਦਿੰਦੇ ਸੀ ਵੀ ਆ ਕਿਹੋ ਜਿਹੇ ਬੰਦੇ ਆ ਗਏ, ਬਰਾਊਨ ਜਿਹੇ ਆ ਗਏ, ਗੋਰੇ, ਮਜ਼ਾਕ ਕਰਦੇ ਹੁੰਦੇ ਸੀਗੇ। ਇਹ ਉਸ ਟਾਈਮ ਦੀ ਗੱਲ ਹੈ। ਜਦੋਂ ਸਵਾਮੀ ਵਿਵੇਕਾਨੰਦ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ, ਡੋਂਟ ਯੂ ਵੀਅਰ ਕੋਟ ਪੈਂਟ ਟੂ ਲੁੱਕ ਲਾਈਕ ਏ ਜੈਂਟਲਮੈਨ। ਗੁੱਸਾ ਚੜ ਗਿਆ ਉਹਨਾਂ ਨੂੰ ਵੀ ਆਹ ਕੀ ਪਾਈ ਫਿਰ ਸਾਡੇ ਦੇਸ਼ 'ਚ। ਕਹਿੰਦੇ ਡੋਂਟ ਯੂ ਵੀਅਰ ਕੋਟ ਪੈਂਟ ਟੂ ਲੁੱਕ ਲਾਈਕ ਏ ਜੈਂਟਲਮੈਨ, ਤੂੰ ਕੋਟ ਪੈਂਟ ਨਹੀਂ ਪਾ ਸਕਦਾ ਇੱਕ ਚੰਗਾ ਆਦਮੀ ਲੱਗਣ ਦੇ ਲਈ, ਆਹ ਕੀ ਪਾਇਆ ਫਿਰਦਾ? ਸੋ ਵਿਵੇਕਾਨੰਦ ਮੁਸਕਰਾਏ ਤੇ ਕਹਿੰਦੇ men's personality in your country is based on coat pant, or the personality is determined by the tailor। ਦਰਜੀ ਤੁਹਾਡੀ ਪਰਸਨੈਲਿਟੀ ਨੂੰ ਫਿਕਸ ਕਰਦਾ ਹੈ, ਕੋਟ ਪੈਂਟ ਤੁਹਾਡੀ ਪਰਸਨੈਲਿਟੀ ਦੱਸਦੇ ਨੇ। ਬਟ ਇਨ ਮਾਈ ਕੰਟਰੀ ਮਾਈ ਪਰਸਨੈਲਿਟੀ ਇਜ਼ ਡਿਟਰਮਿਨਡ ਬਾਈ ਦਾ ਕਰੈਕਟਰ, ਕਿ ਅਸੀਂ ਕੀ ਕੰਮ ਕਰਦੇ ਹਾਂ ਉਹਦੇ ਨਾਲ ਸਾਡੀ ਪਰਸਨੈਲਿਟੀ ਬਣਦੀ ਹੈ। ਅੱਜ ਸਟੈਚੂ ਦੇਖ ਲਓ, ਵੱਡੇ ਵੱਡੇ ਮਾਲ ਦੇ ਵਿੱਚ ਜਾ ਕੇ ਕਿੰਨੇ ਕਿੰਨੇ ਵਧੀਆ ਸਟੈਚੂ ਨੇ, ਕੱਪੜੇ ਉਹਨਾਂ ਦੇ ਵਧੀਆ ਹੋ ਪਾਏ ਹੁੰਦੇ, ਕਿ ਉਹਨਾਂ ਦੀ ਕੋਈ ਕੀਮਤ ਹੈ? ਅਸੀਂ ਵਧੀਆ ਵਧੀਆ ਲੋਕ ਦਿਖਾਵੇ ਲਈ ਕੱਪੜੇ ਪਾਉਣੇ ਆ, ਵਧੀਆ ਸੂਟ ਟਾਈਆਂ ਲਾਉਣੇ ਆ, ਜਦੋਂ ਅੱਧਾ ਘੰਟਾ ਕਿਸੇ ਨਾਲ ਬੈਠਦੇ ਆ, ਸਾਡੇ ਬਿਹੇਵੀਅਰ, ਸਾਡੀ ਗੱਲਬਾਤ ਕਰਨ ਦੇ ਢੰਗ ਤੋਂ ਸਾਡੀ ਪਰਸਨੈਲਿਟੀ ਪਤਾ ਲੱਗ ਜਾਂਦੀ ਹੈ। ਜਿਹੜੇ ਬੰਦੇ ਸਿੰਪਲ ਹੁੰਦੇ ਨੇ, ਸਿੰਪਲ ਕੱਪੜੇ ਪਾਏ ਨੇ, ਜਦੋਂ ਉਹਨਾਂ ਨਾਲ ਡੀਲ ਕਰੋ ਆਪਾਂ ਕਹਿੰਦੇ ਮਜ਼ਾ ਆ ਗਿਆ। ਸੋ ਕਹਿਣ ਦਾ ਪਰਪਸ ਇਹ ਹੈ ਕਿ ਕੱਪੜਿਆਂ ਨਾਲ, ਪੋਸ਼ਾਕ ਦੇ ਨਾਲ ਤੁਹਾਡੀ ਪਰਸਨੈਲਿਟੀ ਨਹੀਂ ਬਣਦੀ। ਹਾਂ ਬਣਦੀ ਹੈ, ਪਰ ਜੇ ਤੁਹਾਡੇ ਅੰਦਰ ਵੀ ਕੁਝ ਹੋਵੇ, ਦੋਨਾਂ ਚੀਜ਼ਾਂ ਦੀ ਹੋਣੀ ਚਾਹੀਦੀ ਹੈ। ਪਰ ਸਿਰਫ ਕੱਪੜਿਆਂ ਕਰਕੇ ਸੋਚ ਲੈਣਾ ਵੀ ਇਹ ਐਵੇਂ ਲੱਲੂ ਬੰਦਾ ਜਾਂ ਇਹ ਐਵੇਂ ਹੀ ਹੈ, ਮੂਰਖ ਹੈ, ਨਹੀਂ। ਕੱਪੜੇ ਇਕੱਲੇ ਕੁਝ ਨਹੀਂ ਕਰਦੇ, ਤੁਹਾਡੇ ਅੰਦਰਲੇ ਗੁਣ ਹੋਣੇ ਚਾਹੀਦੇ ਨੇ। ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ, ਆਪਾਂ ਮਹਾਤਮਾ ਗਾਂਧੀ ਜੀ ਦੇ ਬਾਰੇ ਸੁਣਿਆ। ਮਹਾਤਮਾ ਗਾਂਧੀ ਜੀ ਦੀ ਆਟੋਬਾਇਓਗ੍ਰਾਫੀ ਪੜ੍ਹੋ। ਉਹ ਕਹਿੰਦੇ ਜਦੋਂ ਮੈਂ ਇੰਡੀਆ ਆਇਆ, ਆਉਣ ਤੋਂ ਪਹਿਲਾਂ ਮੈਂ ਸਵਾਮੀ ਵਿਵੇਕਾਨੰਦ ਦੀਆਂ ਬੁੱਕਸ ਪੜ੍ਹੀਆਂ। ਉਹ ਤੋਂ ਪੜ੍ਹ ਕੇ ਮੈਂ ਇੰਨਾ ਜ਼ਿਆਦਾ ਇੰਪ੍ਰੈਸ ਹੋਇਆ ਕਿ ਮੇਰੇ ਵਿੱਚ ਜਿਹੜੀ ਦੇਸ਼ ਭਗਤੀ ਸੀ ਨਾ, 1000 ਗੁਣਾ ਜ਼ਿਆਦਾ ਹੋਈ। ਇਹ ਉਹਨਾਂ ਦੀ ਕੋਟੇਸ਼ਨ ਹੈ, ਮਹਾਤਮਾ ਗਾਂਧੀ, ਤੁਸੀਂ ਦੇਖ ਸਕਦੇ ਹੋ। ਸੁਭਾਸ਼ ਚੰਦਰ ਬੋਸ, ਉਹ ਵੀ ਬੰਗਾਲ ਦੇ ਰਹਿਣ ਵਾਲੇ ਸੀਗੇ। ਉਹ ਕਹਿੰਦੇ, ਕਿਉਂਕਿ ਉਸ ਤੋਂ ਪਹਿਲਾਂ ਮਰ ਗਏ ਸੀਗੇ, ਉਹ ਕਹਿੰਦੇ ਵੀ ਜੇ ਸਵਾਮੀ ਵਿਵੇਕਾਨੰਦ ਜਿਉਂਦੇ ਹੁੰਦੇ ਨਾ, ਤਾਂ ਅੱਜ ਮੈਂ ਫੌਜ ਦੀ ਥਾਂ ਤੇ, ਆਜ਼ਾਦੀ ਦੀ ਥਾਂ ਤੇ, ਮੈਂ ਵਿਵੇਕਾਨੰਦ ਦੇ ਚਰਨਾਂ ਵਿੱਚ ਬੈਠਾ ਹੋਣਾ ਸੀ। ਰਵਿੰਦਰਨਾਥ ਟੈਗੋਰ, ਉਹ ਕੀ ਲਿਖਦੇ ਨੇ? ਉਹ ਕਹਿੰਦੇ ਜੇ ਤੁਸੀਂ ਇੰਡੀਆ ਨੂੰ ਸਮਝਣਾ ਹੋਵੇ ਨਾ, ਇੰਡੀਆ ਹੈ ਕੀ, ਤਾਂ ਤੁਹਾਨੂੰ ਵਿਵੇਕਾਨੰਦ ਦੀ ਫਿਲਾਸਫੀ ਨੂੰ ਸਮਝਣਾ ਪਊਗਾ। ਤੁਸੀਂ ਬਾਕੀ ਗੱਲਾਂ ਛੱਡੋ, ਆਪਣੇ ਲਾਲ ਬਹਾਦਰ ਸ਼ਾਸਤਰੀ ਜੀ ਨੇ, ਅਬਦੁਲ ਜੇ ਕਲਾਮ ਨੇ, ਅੱਜ ਕੱਲ੍ਹ ਜਿਹੜੇ ਸਾਡੇ ਰਾਸ਼ਟਰਪਤੀ ਸੀ, YouTube ਤੇ ਜਾ ਕੇ ਦੇਖੋ, ਹਾਂਜੀ, ਤੇ ਨਰਿੰਦਰ ਮੋਦੀ ਦੀ ਗੱਲ ਕਰ ਲਓ, ਜਿਹੜਾ ਸਾਡੇ ਪ੍ਰੈਜ਼ੈਂਟ ਪ੍ਰਾਈਮ ਮਿਨਿਸਟਰ ਨੇ, ਵਾਜਪਾਈ, ਦੇਖੋ, ਇਹ ਸਾਰੇ ਹੀ ਵਾਸ ਸੋ ਇੰਪ੍ਰੈਸਡ ਫਰੋਮ ਸਵਾਮੀ ਵਿਵੇਕਾਨੰਦ। ਸੋ ਇਸ ਕਰਕੇ ਪਰਪਸ ਗੱਲ ਕਹਿਣ ਦਾ ਇਹ ਹੈ ਕਿ ਜਿਹੜੇ ਪਹੁੰਚੇ ਹੁੰਦੇ ਨੇ ਨਾ, ਸਾਨੂੰ ਉਹਨਾਂ ਦੀਆਂ ਚੀਜ਼ਾਂ ਵਾਕਿਆ ਹੀ ਚੀਜ਼ਾਂ ਹੈ। ਇੱਕ ਸੱਚ ਮੈਨੂੰ ਗੱਲ ਯਾਦ ਆ ਗਈ, ਮਦਰ ਦੇ ਬਿਨਾਂ ਮੈਂ ਗੱਲ ਰਹਿ ਜਾਣੀ ਸੀ ਮੇਰੇ ਦੇ ਨਾਲ, ਬਹੁਤ ਇੰਟਰਸਟਿੰਗ ਹੈ। ਕਿਸੇ ਬੰਦੇ ਨੇ ਇਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਜੇ ਦੁਨੀਆ ਦੇ ਵਿੱਚ ਮਦਰ ਦੀ ਇੰਨੀ ਕਿਉਂ ਇੰਪੋਰਟੈਂਸ, ਮਦਰ ਦੀ ਕਿਉਂ ਤੁਸੀਂ ਭਗਤੀ ਕਰਦੇ ਹੋ, ਮਦਰ ਨੂੰ ਕਿਉਂ ਰੱਬ ਦਾ ਰੂਪ ਸਮਝਦੇ ਹੋ? ਕਿਸੇ ਬੰਦੇ ਨੇ ਕੁਐਸਚਨ ਕੀਤਾ, ਮੈਨੂੰ ਸਮਝਾਓ ਵੀ ਮਦਰ ਤੇ ਫਾਦਰ ਦਾ ਕਿਉਂ ਨਹੀਂ ਕਰਦੇ, ਫਾਦਰ ਦੀ ਇੱਜ਼ਤ ਮਾਣ ਕਿਉਂ ਨਹੀਂ ਕਰਦੇ, ਉਨੀ ਨਹੀਂ ਕਰਦੇ ਜਿੰਨੀ ਤੁਸੀਂ ਮਦਰ ਦੀ ਕਰਦੇ ਹੋ, ਮਦਰ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹੋ, ਕਿਉਂ? ਵਿਵੇਕਾਨੰਦ ਉਹਨੂੰ ਕਹਿੰਦੇ, ਭਾਈ ਸਾਹਿਬ ਗੱਲ ਸੁਣੋ,
ਉਹ ਸਾਹਮਣੇ ਪੱਥਰ ਪਿਆ, ਉਹ ਪੱਥਰ ਲਿਓ 4-5 ਕਿਲੋ ਦਾ ਸੀਗਾ, ਉਹ ਚੱਕ ਲਿਆਇਆ। ਉਹਨਾਂ ਨੇ ਆਪਣਾ ਕੱਪੜਾ ਇੱਕ ਲਾਇਆ, ਕਹਿੰਦੇ ਆ ਕੱਪੜੇ 'ਚ ਲਪੇਟ ਕੇ ਨਾ ਆਪਣੇ ਪੇਟ ਤੇ ਬੰਨ ਲੈ। ਉਹਨੇ ਬੰਨ ਲਿਆ, ਕਹਿੰਦੇ ਬਸ ਤੂੰ ਕੱਲ ਨੂੰ ਆਈ, ਤੈਨੂੰ ਮੈਂ ਗੱਲ ਦਾ ਜਵਾਬ ਦੇਵਾਂਗਾ ਵੀ ਮਾਂ ਦੀ ਕਿਉਂ ਇੰਪੋਰਟੈਂਸ। ਉਹ ਚਲਿਆ ਗਿਆ ਘਰ। ਹੁਣ ਉਹ ਮਾੜਾ ਮੋਟਾ ਕਦੇ ਚੱਕਿਆ, ਕਦੇ ਬੁਰਾ ਹਾਲ ਹੋ ਗਿਆ ਤਾਂ 4-5 ਕਿਲੋ ਦਾ ਪੱਥਰ ਬੰਨਿਆ ਵਾ। ਸ਼ਾਮ ਨੂੰ ਮੁੜਿਆ ਆ, ਗੁੱਸਾ ਚੜਿਆ ਵਾ ਪੂਰਾ ਵੀ ਇਹ ਕਿਹੋ ਜਿਹਾ ਕੀ ਗੱਲ ਬਣੀ। ਮੈਂ ਪੁੱਛਿਆ ਮਦਦ ਦੀ ਸਾਰੀ ਦੁਨੀਆ ਦੇ ਵਿੱਚ ਜ਼ਿਆਦਾ ਇੱਜ਼ਤ ਕਿਉਂ ਕਰਦੇ ਹੋ, ਇਹਨਾਂ ਨੇ ਚੱਕ ਕੇ ਮੇਰੇ ਢਿੱਡ ਨਾਲ ਪੱਥਰ ਬੰਨ੍ਹਦਾ। ਉਹ ਜਾ ਵਾਪਸ ਗੁੱਸੇ 'ਚ ਗਿਆ, ਕਹਿੰਦੇ ਸਵਾਮੀ ਜੀ ਮੈਂ ਨਹੀਂ ਕਹਿੰਦਾ, ਮੈਨੂੰ ਤਾਂ ਗੱਲ ਦਾ ਕੋਈ ਸਮਝ ਨਹੀਂ ਲੱਗੀ, ਤੁਸੀਂ ਮੇਰੇ ਪੱਥਰ ਬੰਨ੍ਹਤਾ, ਮੈਨੂੰ ਤਾਂ ਚੱਲਣਾ 4-5 ਘੰਟੇ ਮੇਰਾ ਬੁਰਾ ਹਾਲ ਹੋ ਗਿਆ, ਮੈਂ ਤਾਂ ਲਾ ਦੋ ਆ ਚੱਕੋ ਤੁਹਾਡਾ ਪੱਥਰ। ਮੈਂ ਤਾਂ ਤੁਹਾਨੂੰ ਸਵਾਲ ਪੁੱਛਿਆ ਸੀ ਮਾਂ ਦਾ ਦਰਜਾ ਇੰਨਾ ਕਿਉਂ ਮਹਾਨ ਹੈ ਤੇ ਤੁਸੀਂ ਆ ਪੱਥਰ ਬੰਨ੍ਹਤਾ। ਕਹਿੰਦੇ ਬਸ ਮੈਂ ਤੈਨੂੰ ਇਹੀ ਸਮਝਾਉਣਾ ਸੀ, ਤੂੰ ਇਹ 4-5 ਕਿਲੋ ਦਾ ਪੱਥਰ ਕੁਝ ਘੰਟੇ ਨਹੀਂ ਰੱਖ ਸਕਿਆ ਆਪਣੇ ਢਿੱਡ ਦੇ ਨਾਲ, ਜਦੋਂ ਕਿ ਮਾਂ 9 ਮਹੀਨੇ ਆਪਣੇ ਬੱਚੇ ਨੂੰ ਪੇਟ 'ਚ ਰੱਖਦੀ ਹੈ, ਸਾਰੇ ਕੰਮ ਵੀ ਕਰਦੀ ਹੈ, ਫਿਰ ਵੀ ਖੁਸ਼ ਰਹਿੰਦੀ ਹੈ। ਇਸ ਕਰਕੇ ਮਾਂ ਮਹਾਨ ਹੈ। ਸੋ ਇਹ ਸਵਾਮੀ ਵਿਵੇਕਾਨੰਦ ਜੀ ਦੀਆਂ ਕੁਝ ਗੱਲਾਂ ਸੀਗੀਆਂ। ਗੱਲਾਂ ਤਾਂ ਬਹੁਤ ਨੇ, ਜਿੰਨੀਆਂ ਮਰਜ਼ੀ ਕਰੀ ਚਲੋ, ਪਰ ਟਾਈਮ ਦੀ ਵੀ ਹੈ। ਪਰ ਮੇਨ ਪੁਆਇੰਟ ਇਹਨਾਂ ਦੇ ਸੀਗੇ ਕਿ ਯੂ ਕੈਨਟ ਬਲੀਵ ਇਨ ਗॉड ਅੰਟਿਲ ਯੂ ਬਲੀਵ ਇਨ ਯੂਅਰਸੈਲਫ। ਇੱਕ ਇਹਨਾਂ ਦੀ ਵੱਡੀ ਗੱਲ ਸੀਗੀ ਕਿ ਗॉड ਰਿਅਲਾਈਜੇਸ਼ਨ ਇਜ਼ ਐਸੈਂਸ਼ੀਅਲ ਬਿਫੋਰ ਸੈਲਫ ਰਿਅਲਾਈਜੇਸ਼ਨ। ਜਿੰਨਾ ਚਿਰ ਤੱਕ ਅਸੀਂ ਅੰਦਰ ਆਪਣੇ ਆਤਮਾ ਦੀ ਪਹਿਚਾਣ ਨਹੀਂ ਕਰਦੇ, ਉਹਨਾਂ ਚਿਰ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ। ਜਦੋਂ ਆਤਮਾ ਨੂੰ ਪਹਿਚਾਣ ਲਿਆ ਆਟੋਮੈਟਿਕਲੀ, ਕਿਉਂਕਿ ਉਹਦੀ ਅੰਸ਼ ਹੈ, ਸੋ ਤੁਸੀਂ ਪਰਮਾਤਮਾ ਨਾਲ ਵੀ ਵਿਸਾਲ ਕਰ ਸਕਦੇ ਹੋ। ਦੂਜੀ ਗੱਲ ਇਹਨਾਂ ਦੀ ਬੜੀ ਇੰਪੋਰਟੈਂਟ ਹੈ, ਜਿਹੜੇ ਮੈਂ ਪੁਆਇੰਟ ਹੀ ਲੈ ਰਿਹਾ ਕਿਉਂਕਿ ਟਾਈਮ ਹੋ ਗਿਆ, ਕਿ ਇਫ ਦੇयर इज ए ਕਨਫਲਿਕਟ ਬਿਟਵੀਨ ਹਾਰਟ ਐਂਡ ਬ੍ਰੇਨ ਆਲਵੇਜ਼ ਫਾਲੋ ਯੂਅਰ ਹਾਰਟ। ਕਿ ਜੇ ਤੁਹਾਡਾ ਮਨ ਦੋ ਚੀਤੀ ਹੋਵੇ, ਜਾਵਾਂ ਕਿ ਨਾ ਜਾਵਾਂ। ਜਿਵੇਂ ਕਹਿੰਦੇ ਸੀ ਨਾ ਵੀ ਇੱਕ ਹਿਰਨ ਸੜਕ ਦੇ ਉੱਤੇ ਮਰਿਆ ਪਿਆ ਸੀਗਾ, ਦੋ ਬੰਦੇ ਜਾ ਰਹੇ ਸੀ, ਕਾਰ ਰੋਕੀ ਤੇ ਬੱਚੇ ਨੇ ਆਪਣੇ ਫਾਦਰ ਨੂੰ ਪੁੱਛਿਆ ਵੀ ਡੈਡੀ ਵੀ ਇਹ ਹਿਰਨ ਕਿਉਂ ਮਰ ਗਿਆ ਸੜਕ ਦੇ ਵਿਚਾਲੇ। ਕਹਿੰਦਾ ਬਿਕਾਜ਼ ਹੀ ਇਜ਼ ਅ ਡਬਲ ਮਾਈਂਡਡ। ਇਹ ਨਹੀਂ ਫੈਸਲਾ ਕਰ ਸਕਦਾ ਮੈਂ ਇੱਥੇ ਰੁਕਾਂ ਕਿ ਉੱਧਰ ਜਾਵਾਂ, ਬਸ ਇਸੇ ਚੱਕਰ ਦੇ ਵਿੱਚ ਇਹ ਵਿਚਾਲੇ ਆ ਕੇ ਫਸ ਕੇ ਮਰ ਗਿਆ। ਸੋ ਇਸ ਕਰਕੇ ਜਦੋਂ ਵੀ ਸਾਨੂੰ ਕੋਈ ਦੁਵਿਧਾ ਹੋਵੇ ਮੈਂ ਆਹ ਕਰਾਂ ਕਿ ਉਹ ਕਰਾਂ, ਅੱਖਾਂ ਮੀਚੋ, ਠੰਡੇ ਦਿਲ ਨਾਲ ਸਮਾਧੀ ਲਗਾਓ, ਪਰਮਾਤਮਾ ਨੂੰ ਯਾਦ ਕਰੋ ਜਿਹਨੂੰ ਵੀ ਹੈ, ਜੋ ਸਾਡੀ ਆਤਮਾ ਦੀ ਆਵਾਜ਼ ਆਵੇ ਉਹਨੂੰ ਕਰੋ, ਉਹ ਕਦੇ ਗਲਤ ਨਹੀਂ ਹੋਏਗੀ। ਫਿਰ ਅਗਲੀ ਗੱਲ ਕੀ, ਕੁਝ ਗੱਲਾਂ ਇਹਨਾਂ ਨੇ ਕਹੀਆਂ, ਕਹਿੰਦੇ ਹੂ ਇਜ਼ ਹੈਲਪਿੰਗ ਯੂ, ਜਿਹੜਾ ਤੁਹਾਡੀ ਹੈਲਪ ਕਰਦਾ ਨਾ, ਨੈਵਰ ਐਵਰ ਫੋਰਗੇਟ ਫॉरएवर। ਕਦੇ ਵੀ ਉਹਨੂੰ ਭੁੱਲੋ ਨਾ, ਜੇ ਛੋਟੀ ਵੀ ਹੈਲਪ ਕੀਤੀ ਹੈ। ਜੇ ਤੁਹਾਡਾ ਕਿਸੇ ਨੇ ਪਾਣੀ ਵੀ ਪਿਲਾਇਆ, ਤੁਹਾਨੂੰ ਰਕਸ਼ਾ ਤੇ ਵੀ ਲੈ ਕੇ ਗਈ, ਕਦੇ ਕੋਈ ਪ੍ਰੈਸ ਵੀ ਫ੍ਰੀ ਕਰਾਈ ਹੈ, ਕਿਸੇ ਨੇ ਤੁਹਾਨੂੰ ਕੋਈ ਰਾਈਡ ਵੀ ਦਿੱਤੀ ਹੈ, ਕਿਸੇ ਨੇ ਤੁਹਾਨੂੰ ਰੋਟੀ ਵੀ ਖਵਾਈ ਹੈ, ਕਿਸੇ ਨੇ ਤੁਹਾਨੂੰ ਮਠਿਆਈ ਵੀ ਖਵਾਈ ਹੈ, ਕੋਈ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਹੈਲਪ ਕੀਤੀ ਹੈ, ਕੋਈ ਇੰਟਰਵਿਊ 'ਚ ਹੈਲਪ ਕੀਤੀ ਹੈ, ਉਹਨੂੰ ਕਦੇ ਭੁੱਲੋ ਨਾ। ਕਿਉਂਕਿ ਸਾਡੀ ਇਹ ਬਦਕਿਸਮਤੀ ਹੈ ਕਿ ਜਦੋਂ ਅਸੀਂ ਕੰਮ ਨਿਕਲ ਜਾਂਦਾ ਨਾ, ਜੇ ਕੋਈ ਸਕੂਲ ਟੀਚਰ ਆ ਜਿਹਨੇ ਮਿਹਨਤ ਕਰਕੇ ਪੜਾਇਆ, ਜਦੋਂ ਉਹ ਬੱਚਾ ਵੱਡਾ ਅਫਸਰ ਬਣ ਜਾਂਦਾ ਉਹਨੂੰ ਪਛਾਣਦਾ ਨਹੀਂ, ਉਹ ਕਹਿੰਦਾ ਮੈਂ ਤੈਨੂੰ ਪੜਾਉਂਦਾ, ਕਹਿੰਦਾ ਅੱਛਾ ਮੈਨੂੰ ਤਾਂ ਯਾਦ ਹੀ ਨਹੀਂ। ਸੋ ਵਿਵੇਕਾਨੰਦ ਤੋਂ ਸਿੱਖੋ। ਉਹਨਾਂ ਨੇ ਕਿਹਾ who is helping you don't forget forever। ਦੂਜੀ ਗੱਲ ਕਹੀ, ਕਹਿੰਦੇ who is loving you, ਜਿਹੜਾ ਤੁਹਾਨੂੰ ਪਿਆਰ ਕਰਦਾ ਹੈ ਉਹਨੂੰ ਕਦੇ ਨਫ਼ਰਤ ਨਾ, ਤੇ ਜਿਹੜਾ ਤੁਹਾਡੇ 'ਚ ਵਿਸ਼ਵਾਸ ਕਰਦਾ ਨਾ, ਪੂਰਾ ਵਿਸ਼ਵਾਸ ਕਰਦਾ ਹੈ, ਉਹਨੂੰ ਕਦੇ ਚੀਟ ਨਾ ਕਰੋ। ਔਰ ਅੱਜ ਦਾ ਕਲਯੁਗ ਇਹ ਹੈ ਕਿ ਜੇ ਕੋਈ ਬੰਦਾ 100% ਵਿਸ਼ਵਾਸ ਕਰ ਲੇ ਨਾ, ਤੇ ਉਹਨੂੰ ਅਸੀਂ ਚੀਟ ਜ਼ਰੂਰ ਕਰਦੇ ਜਦੋਂ ਵੀ ਦੌੜ ਲੱਗੇ, ਕਿਉਂਕਿ ਸਾਡੇ ਮਨ ਦਾ ਜ਼ੋਰ ਹੈ। ਮੈਨੂੰ ਯਾਦ ਹੈ ਕਿ ਕੋਈ ਇੰਟਰਵਿਊ ਸੀਗੀ, ਪਤਾ ਲੱਗਿਆ ਉਹਨੇ ਆਪਣੇ ਫਰੈਂਡ ਦੇ ਫਾਦਰ ਨੂੰ ਕਿਹਾ ਵੀ ਜੀ ਤੁਸੀਂ ਉੱਥੇ ਜਾ ਰਹੇ ਹੋ ਤੇ ਉਹ ਫਾਰਮ ਭਰਨਾ, ਤੇ ਮੇਰੀ ਪਲੀਜ਼ ਤੁਸੀਂ ਕਰ ਦਿਓਗੇ ਵੀ ਯੂਨੀਵਰਸਿਟੀ ਦੀ ਜੌਬ ਨਿਕਲੀ ਹੈ, ਤੁਸੀਂ ਮੇਰਾ ਫਾਰਮ ਭਰ ਦਿਓਗੇ, ਉੱਥੇ ਜੌਬ ਨਿਕਲੀ ਹੈ। ਉਹ ਕਹਿੰਦਾ ਸ਼ੋਰ। ਰਸਤੇ 'ਚ ਬੇਈਮਾਨੀ ਆ ਗਈ, ਜਦੋਂ ਯੂਨੀਵਰਸਿਟੀ 'ਚ ਪਹੁੰਚਿਆ ਬੇਈਮਾਨੀ ਆ ਗਈ, ਜੇ ਮੈਂ ਫਾਰਮ ਭਰਤਾ ਇਹਦਾ ਹੁਸ਼ਿਆਰ ਹੈ ਤਾਂ ਨਿਕਲ ਜੂ, ਇਹਦੀ ਥਾਂ ਤੇ ਮੈਂ ਆਪਣੇ ਮੁੰਡੇ ਦਾ ਭਰਦਾ ਨਾ, ਕਿਹੜਾ ਕਿਸੇ ਨੂੰ ਪਤਾ ਲੱਗਣਾ। ਉਹਨੇ ਆਪਣੇ ਮੁੰਡੇ ਦਾ ਭਰਤਾ, ਉਹਦਾ ਭਰਿਆ ਹੀ ਨਹੀਂ। ਜਦੋਂ ਇੰਟਰਵਿਊ ਆਈ ਤੇ ਉਹਨੂੰ ਉਹ ਜਾ ਕੇ ਬੁਲਾਇਆ ਮੁੰਡੇ ਨੂੰ, ਉਹਨੂੰ ਕਹਿੰਦਾ ਬੇਟਾ ਸੌਰੀ ਮੈਂ ਤਾਂ ਫਾਰਮ ਭਰ ਕੇ ਆਇਆ ਸੀਗਾ, ਮੈਂ ਆਪਣਾ ਵੀ ਭਰਿਆ, ਆਪਣੇ ਮੁੰਡੇ ਦਾ ਵੀ ਭਰਿਆ, ਤੇਰਾ ਵੀ ਭਰਿਆ, ਪਰ ਇੰਟਰਵਿਊ ਇਹਨੂੰ ਆ ਗਈ, ਤੂੰ ਤਾਂ ਰਹਿ ਗਿਆ। ਉਹ ਕਹਿੰਦਾ ਕੋਈ ਗੱਲ ਨਹੀਂ ਜੀ। ਪਰ ਮੁੰਡਾ ਅਫਸੋਸ ਕਰ ਰਿਹਾ ਸੀ ਵੀ ਇਹਦੀ ਕਿਵੇਂ ਇੰਟਰਵਿਊ ਆ ਗਈ, ਇਹ ਤਾਂ 3rd ਕਲਾਸ ਹੈ, ਮੈਂ ਤਾਂ 1st ਕਲਾਸ ਹਾਂ, ਸਾਰਾ ਕੁਛ ਹੈਗਾ, ਇਹਦੀ ਕਿਵੇਂ ਆ ਗਈ। ਉਹਨੇ ਜਾ ਕੇ ਜਦੋਂ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਵੀ ਉਹਨੇ ਤਾਂ ਉਹਦਾ ਇੰਟਰਵਿਊ ਲਈ ਫਾਰਮ ਹੀ ਨਹੀਂ ਭਰਿਆ। ਦੈਟ ਇਜ਼ ਕਾਲਡ ਚੀਟਿੰਗ। ਇਹ ਕਦੇ ਇਹੋ ਜਿਹੇ ਬੰਦੇ ਬਹੁਤ ਦੁਨੀਆ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਜਿਹੜੇ ਮਿੱਠੇ ਨੇ ਲੇਕਿਨ ਚੀਟ ਕਰਦੇ ਨੇ। ਬਾਅਦ ਵਿੱਚ ਉਹ ਕਹਿ ਵੀ ਦੇਵੇ ਚਲੋ ਤੈਨੂੰ ਮੈਂ ਨੌਕਰੀ ਦਿੱਤੀ, ਮੈਂ ਨਹੀਂ, ਤੂੰ ਲੈ ਲੈ, ਪਰ ਤੂੰ ਉਸ ਵੇਲੇ ਚੀਟਿੰਗ ਕਰ ਗਿਆ, ਸਟੈਂਪ ਤੁਹਾਡੀ ਲੱਗ ਗਈ। ਉੱਪਰੋਂ ਜਿੰਨੇ ਮਰਜ਼ੀ ਮਿੱਠੇ ਹੋ, ਇਹੀ ਵਿਵੇਕਾਨੰਦ ਨੇ ਕਿਹਾ ਜਿਹੜਾ ਤੁਹਾਡੇ ਤੇ ਯਕੀਨ ਕਰ ਦੇਣਾ ਵੀ ਤੁਹਾਡੇ 100%, ਉਹਨੂੰ ਕਦੇ ਚੀਟ ਨਾ ਕਰੋ। ਜਦੋਂ ਉਹਨੂੰ ਪਤਾ ਲੱਗ ਗਿਆ ਉਹਦਾ ਹਮੇਸ਼ਾ ਲਈ, ਚਾਹੇ ਉਹ ਕਹੇ ਚਾਹੇ ਨਾ ਕਹੇ, ਹਮੇਸ਼ਾ ਲਈ ਤੁਹਾਡਾ ਇੰਪ੍ਰੈਸ਼ਨ ਖਤਮ, ਜ਼ੀਰੋ। ਤੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਚੰਗੀਆਂ ਆਦਤਾਂ ਨਾ ਛੱਡੋ।
ਚੰਗੀਆਂ ਆਦਤਾਂ ਕਿਵੇਂ ਨੇ? ਕੋਈ ਸਾਧੂ ਸੀਗਾ, ਉਹ ਬਿੱਛੂ ਡਿੱਗ ਪਿਆ ਟੋਭੇ 'ਚ ਤੇ ਉਹਨੇ ਛਾਲ ਮਾਰੀ ਤੇ ਟੋਭੇ 'ਚੋਂ ਕੱਢੇ, ਤੇ ਬਿੱਛੂ ਦਾ ਕੰਮ ਕੀ ਡੰਗ ਮਾਰਨੇ, ਉਹ ਡੰਗ ਮਾਰੀ ਜਾਵੇ, ਉਹ ਕੱਢੇ ਤੇ ਛੁੱਟ ਕੇ ਜੇ ਫਿਰ ਡਿੱਗ ਪਿਆ ਕਰੇ ਪਾਣੀ 'ਚ, ਉਹਦੇ ਖੂਨ ਹੀ ਖੂਨ ਹੋ ਗਿਆ ਹੱਥ 'ਚ। ਕਿਸੇ ਬੰਦੇ ਨੇ ਦੇਖਿਆ ਤੇ ਸੰਤ ਨੂੰ ਕਹਿੰਦੇ, ਮਹਾਰਾਜ ਜੀ ਛੱਡੋ ਪਰਾਂ ਬਿੱਛੂ ਨੂੰ, ਉਹ ਤੁਹਾਡੇ ਡੰਗ ਮਾਰੀ ਜਾਂਦਾ, ਹੱਥ ਖੂਨ ਹੀ ਖੂਨ ਨਾਲ ਭਰ ਗਿਆ, ਛੱਡੋ ਪਰਾਂ, ਡੁੱਬਣ ਦੇ ਉਹਨੂੰ ਮਰਨ ਦਿਓ। ਉਹ ਕਹਿੰਦਾ ਨਹੀਂ, ਸੁਣ ਗੱਲ, ਇਹਦੀ ਆਦਤ ਹੈ ਡੰਗ ਮਾਰਨਾ ਤੇ ਮੇਰਾ ਕੰਮ ਹੈ ਬਚਾਉਣਾ। ਜੇ ਇਹ ਆਪਣੀ ਆਦਤ ਨਹੀਂ ਛੱਡਦਾ ਤੇ ਮੈਂ ਆਪਣੀ ਆਦਤ ਕਿਉਂ ਛੱਡਾਂ? ਸੋ ਕਹਿਣ ਦਾ ਭਾਵ, ਜਿਹੜੀਆਂ ਵੀ ਤੁਹਾਡੇ ਕੋਲ ਚੰਗੀਆਂ ਆਦਤਾਂ ਉਹਨੂੰ ਕਦੇ ਵੀ ਨਾ ਛੱਡੋ। ਸੋ ਇਸ ਕਰਕੇ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰੋਗੇ ਤੇ ਡਰਨ ਦੀ ਲੋੜ ਨਹੀਂ। ਜਿੰਨਾ ਡਰੋਗੇ ਲੋਕ ਤੁਹਾਨੂੰ ਉਨਾ ਡਰਾਉਣਗੇ। ਜਿੰਨੇ ਵੀ ਤੁਹਾਡੇ ਕੋਲ ਨੈਗੇਟਿਵ ਪਾਵਰ ਨੇ, ਕਦੇ ਉਹਨਾਂ ਤੋਂ ਡਰਨ ਦੀ ਲੋੜ ਨਹੀਂ। ਵਿਵੇਕਾਨੰਦ ਨੇ ਆਪ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਇੱਕ ਵਾਰ ਉਹ ਜਾ ਰਹੇ ਸੀਗੇ, ਬਾਂਦਰ ਉਹਨਾਂ ਦੇ ਪਿੱਛੇ ਪੈ ਗਏ, ਬਾਂਦਰ ਤੁਰੇ ਗਏ, ਇਹ ਭੱਜਣਾ ਸ਼ੁਰੂ ਕਰਤਾ, ਬਾਂਦਰਾਂ ਨੇ ਭੱਜਣਾ ਸ਼ੁਰੂ ਕਰਤਾ ਤੇ ਕੁਟੀਆ ਦੇ ਵਿੱਚੋਂ ਇੱਕ ਹੋਰ ਸੰਤ ਨਿਕਲਿਆ ਤੇ ਉਹਨਾਂ ਨੇ ਕਿਹਾ, ਬੇਟਾ ਤੂੰ ਇਹਨਾਂ ਤੋਂ ਡਰਦਾ ਕਿਉਂ ਹੈ? ਜਿੰਨਾ ਤੂੰ ਡਰਾਏਗਾ, ਜਿੰਨਾ ਭੱਜੇਗਾ, ਤੇਰੇ ਮਗਰ ਹੋਣਗੇ, ਇਹਨਾਂ ਨੂੰ ਰੋਕ, ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਵਿਵੇਕਾਨੰਦ ਨੇ ਉਹਦੀ ਗੱਲ ਲੜ ਬੰਨ ਲਈ, ਜਦੋਂ ਪਿੱਛੇ ਮੁੜ ਕੇ ਦਬਕਾ ਮਾਰਿਆ, ਬਾਂਦਰ ਸਾਰੇ ਭੱਜ ਗਏ। ਸੋ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਜੇ ਤੁਹਾਨੂੰ ਕੋਈ ਡਰਾਉਂਦਾ ਨਾ, ਪ੍ਰਮਾਤਮਾ ਤੁਹਾਡੇ ਅੰਦਰ ਹੈ, ਉਹਦੇ ਵਿੱਚ ਯਕੀਨ ਕਰੋ, ਕਿਸੇ ਤੋਂ ਡਰਨ ਦੀ ਲੋੜ ਨਹੀਂ, ਜਦੋਂ ਤੁਸੀਂ ਠੀਕ ਹੋ ਤਾਂ। ਸੋ ਇਹ ਕੁਝ ਗੱਲਾਂ ਸੀਗੀਆਂ ਜਿਹੜੀਆਂ ਵਿਵੇਕਾਨੰਦ ਜੀ ਦੇ ਬਾਰੇ ਆਪਾਂ ਗੱਲਬਾਤ ਕੀਤੀ ਹੈ। ਸੋ ਜੇ ਕੋਈ ਲਾਈਵ ਪ੍ਰੋਗਰਾਮ ਕਰਦੇ ਕਿਹਾ ਗਿਆ ਹੋਵੇ ਵੱਧ ਘੱਟ, ਉਹਦੇ ਲਈ ਵੀ ਸੌਰੀ ਆ। ਇੱਕ ਤਾਂ ਬੜੀ ਬਿਮਾਰੀ ਹੈ, ਲੋਕ ਜਦੋਂ ਗੱਲਬਾਤ ਕਰਦੇ ਆ ਹਰੇਕ ਬੰਦਾ ਆਪਣੇ ਤੇ ਲੈ ਲੈਂਦਾ ਗੱਲ। ਤੁਸੀਂ ਆਪਣੇ ਪੜਚੋਲ ਕਰੋ, ਵਾਕਈ ਜੇ ਤੁਸੀਂ ਹੈਗੇ ਚੇਂਜ ਕਰ ਲਓ ਆਪਣੇ ਆਪ ਨੂੰ। ਜੇ ਤੁਸੀਂ ਚੀਟ ਕਰਦੇ ਹੋ, ਆਪਣੇ ਆਪ ਨੂੰ ਚੀਟ ਕਰੋ। ਜੇ ਤੁਹਾਨੂੰ ਕੋਈ ਪਿਆਰ ਕਰਦਾ, ਤੁਸੀਂ ਹੇਟ ਕਰਦੇ ਹੋ, ਆਪਣੇ ਨੂੰ ਚੇਂਜ ਕਰੋ। ਜੇ ਤੁਹਾਡੀ ਕਿਸੇ ਨੇ ਹੈਲਪ ਕੀਤੀ, ਤੁਸੀਂ ਨਹੀਂ ਯਾਦ ਕਰਦੇ, ਉਹਦੇ ਕੋਲ ਜਾ ਕੇ ਧੰਨਵਾਦ ਕਰੋ, ਆਪਣੇ ਨੂੰ ਚੇਂਜ ਕਰੋ। ਬਜਾਏ ਕਿਸੇ ਨੂੰ ਕਹੋ ਕਿ ਵੀ ਉਹਨੇ ਮੈਨੂੰ ਸੁਣਾਇਆ। ਇਹ ਤਾਂ ਦੁਨੀਆ ਦੇ ਬਾਰੇ ਲੱਖਾਂ ਬੰਦੇ, ਕਰੋੜਾਂ ਬੰਦੇ ਸੁਣਦੇ ਨੇ। ਅਮਰੀਕਾ 'ਚ ਵੀ ਸੁਣਿਆ ਜਾਂਦਾ, ਕੈਨੇਡਾ 'ਚ ਵੀ ਪ੍ਰੋਗਰਾਮ ਸੁਣਿਆ ਜਾਂਦਾ, ਪਾਕਿਸਤਾਨ ਦੇ ਬਹੁਤ ਸੁਣਿਆ ਜਾਂਦਾ, ਦੁਬਈ ਸੁਣਿਆ ਜਾਂਦਾ ਪ੍ਰੋਗਰਾਮ, ਉੱਥੋਂ ਮੈਨੂੰ ਆਉਂਦੀ ਹੈ। ਹੁਣ ਇਹ ਮੈਨੂੰ ਤਾਂ, ਮੈਂ ਤਾਂ ਬੰਦਿਆਂ ਨੂੰ ਜਾਣਦਾ ਤੱਕ ਵੀ ਨਹੀਂ। ਸੋ ਆਪਾਂ ਤਾਂ ਗੱਲ ਫਾਇਦਾ ਲੈਣਾ, ਜਿੱਥੋਂ ਵੀ ਫਾਇਦਾ ਮਿਲੇ। ਸੋ ਇਹ ਵਿਵੇਕਾਨੰਦ ਦੇ ਉੱਪਰ ਟੌਪਿਕ ਸੀਗਾ। ਆਪਾਂ ਫਿਰ ਕਿਸੇ ਦਿਨ ਹੋਰ ਮੈਂ ਸੋਚ ਰਿਹਾ ਵੀ ਫੇਥ ਦੇ ਉੱਤੇ ਵੀ ਗੱਲ ਕਰੀਏ, ਬਲੀਵ ਦੇ ਉੱਤੇ ਗੱਲ ਕਰੀਏ, ਟਰਸਟ ਦੇ ਉੱਤੇ ਗੱਲ ਕਰੀਏ, ਸਿੰਪਲ ਤਰੀਕੇ ਨਾਲ। ਕਿਉਂਕਿ ਅੱਜ ਅਸੀਂ ਵਿੱਚ ਵਿਚਾਲੇ ਜਾਈਆਂ, ਟਰਸਟ ਅੱਧ ਵਿੱਚ ਦਾ ਹੀ ਕਰਦੇ ਹਾਂ। ਇੱਧਰ ਵੀ ਜਾਣਾ, ਜੇ ਡਾਕਟਰ ਕੋਲ ਵੀ ਜਾਂਦੇ, ਦੂਜੇ ਦੀ ਰਾਏ ਲੈ ਲਓ। ਜੇ ਕੋਈ ਕਾਰ ਠੀਕ ਕਰਾਉਣੀ, ਇੱਕ ਤੋਂ ਕਰਾਓ, ਦੂਜੇ ਤੋਂ ਵੀ ਸ਼ੱਕ ਰਹਿੰਦਾ। ਉਹ ਟਰਸਟ ਕੀ ਹੈ, ਇਸ ਲਈ ਅੰਦਰਲੀ ਪਰਮਾਤਮਾ ਕਿਉਂ ਨਹੀਂ ਮਿਲਦਾ, ਟਰਸਟ ਕਿਉਂ ਨਹੀਂ ਸਾਡਾ ਵੱਜਦਾ, ਇਹਦੇ ਉੱਤੇ ਵੀ ਗੱਲ ਕਰਾਂਗੇ। ਸੋ ਅੱਜ ਵੈਸੇ ਮੈਂ ਰੇਡੀਓ ਸਟੇਸ਼ਨ ਤੇ ਜਾਣਾ, ਟੀਵੀ ਦਾ, YouTube ਦਾ ਸੀਗਾ, ਇਹੀ ਟੌਪਿਕ ਦੇ ਉੱਤੇ ਗੱਲ ਕਰਨੀ ਹੈ। ਪਰ ਕਿਉਂਕਿ ਲਾਈਵ ਹੁੰਦਾ, ਇਸ ਕਰਕੇ ਲਾਈਵ ਕਰਦੇ ਕਰਦੇ ਗੱਲਾਂ ਤਾਂ ਬੇਸਿਕਲੀ ਉਹੀ ਨੇ। ਐਗਜ਼ਾਮਪਲਾਂ ਵੀ ਹੋ ਸਕਦਾ 2-4 ਵੱਧ ਦਿੱਤੀਆਂ ਜਾਣ, 2-4 ਘੱਟ ਦਿੱਤੀਆਂ ਜਾਣ। ਸੋ ਤੁਸੀਂ ਉਹ ਵੀ ਦੇਖ ਸਕਦੇ ਹੋ। ਪਰ ਮੈਂ ਫਿਰ ਤੁਹਾਨੂੰ ਤਾਕੀਦ ਕਰਦਾ ਕਿ ਜੇ ਤੁਹਾਨੂੰ ਪ੍ਰੋਗਰਾਮ ਲਾਈਕ ਤੁਸੀਂ ਕਰਦੇ ਹੋ ਤਾਂ ਇਹਨੂੰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ। ਕੋਈ ਖਾਸ ਨਹੀਂ ਗੱਲ, ਜੇ ਕੋਈ ਕਿਸੇ ਨੂੰ ਦੇ ਦਿਓ, ਵਿਵੇਕਾਨੰਦ ਤੇ ਸਿੱਖ ਲਓ, ਉਹਨਾਂ ਨੇ ਜਾ ਕੇ ਗਰੀਬਾਂ ਦੇ ਵਿੱਚ ਘਰਾਂ 'ਚ ਰਹੇ ਸੀਗੇ। ਨਹੀਂ, ਬੰਦਾ ਕਹਿੰਦਾ ਮੈਨੂੰ ਕੀ ਲੋੜ ਹੈ, ਹਾਂਜੀ। ਸੋ ਇਸ ਕਰਕੇ ਮੈਨੂੰ ਕੀ ਲੋੜ ਨਹੀਂ, ਜੇ ਤੁਹਾਡੇ ਕਹਿਣ ਦੇ ਨਾਲ ਤੁਹਾਡੀ ਆਤਮਾ ਵੀ ਖੁਸ਼ ਹੋਊਗੀ ਜਦੋਂ ਤੁਸੀਂ ਕਿਸੇ ਨੂੰ ਅੱਗੇ ਚੀਜ਼ ਨੂੰ ਵੰਡਦੇ ਹੋ। ਇਕੱਲੇ ਖਾਣ ਨਾਲੋਂ ਅੱਗੇ ਵੰਡੋ, ਕਿਉਂਕਿ ਅਸੀਂ ਕੋਈ ਸਾਡਾ ਨੁਕਸਾਨ ਨਹੀਂ ਹੋ ਰਿਹਾ। ਸੋ ਇਸੀ ਵਿਵੇਕਾਨੰਦ ਦੇ ਬਾਰੇ ਜੇ ਕੋਈ ਕਿਹਾ ਗਿਆ ਹੋਵੇ, ਸੌਰੀ ਫॉर दैट। ਨੈਕਸਟ ਵੀਕ ਆਪਾਂ ਟਰਸਟ ਦੇ ਉੱਤੇ ਗੱਲ ਕਰਾਂਗੇ, ਬਲੀਵ ਦੇ ਉੱਤੇ ਗੱਲ ਕਰਾਂਗੇ ਕਿ ਬਲੀਵ ਅਸੀਂ ਕਰਦੇ ਹਾਂ, ਕਰਦੇ ਨਹੀਂ, ਇਸੇ ਕਰਕੇ ਪੰਗੇ ਨੇ। ਜਦੋਂ ਅਸੀਂ 100% ਬਲੀਵ ਕਰਾਂਗੇ, ਫਿਰ ਪੰਗੇ ਨਹੀਂ ਪੈਂਦੇ। ਸੋ ਉਹਦੇ ਉੱਤੇ ਗੱਲਬਾਤ ਕਰਾਂਗੇ। ਸੋ ਮੈਨੂੰ ਦਿਓ ਆ ਗਿਆ। ਥੈਂਕ ਯੂ ਵੈਰੀ ਮਚ।